26 जनवरी ਦੀ ਕਿਸਾਨ ਟਰੈਕਟਰ ਪਰੇਡ ਦੀ ਕੱਲ ਨੂੰ ਸਾਰੇ ਕਿਸਾਨ ਰਿਹਰਸਲ ਕਰਨਗੇ। ਦਿੱਲੀ ਦੇ ਵਿੱਚ ਕੱਲ ਨੂੰ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਲੀਡਰ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹਾ ਸਿੱਟਣ ਵਾਲਿਆਂ ਦੇ ਹੱਕ ਦੇ ਵਿੱਚ ਵੱਡਾ ਹੁਕਮ ਦੇ ਦਿੱਤਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ ਨੇ, ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦੀ ਸੁਣਵਾਈ 11 जनवरी ਨੂੰ ਹੋਏਗੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਕੱਲ ਨੂੰ ਕਿਸਾਨਾਂ ਦੀ ਜਿਹੜਾ ਮਾਰਚ ਹੋਣ ਵਾਲਾ ਦਿੱਲੀ ਦੇ ਵਿੱਚ ਉਸ ਦੇ ਨਾਲ ਹੀ ਜੁੜੀ ਹੋਈ ਹੈ। ਕੱਲ ਵਾਲੇ ਮਾਰਚ ਨੂੰ ਲੈ ਕੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਦੀ ਜਿਹੜੀ ਰਿਹਰਸਲ ਕੀਤੀ। ਵੱਖ-ਵੱਖ ਥਾਵਾਂ ਦੇ ਉੱਤੇ ਟਰੈਕਟਰ ਮਾਰਚ ਦੀ ਕਈ ਜਿਹੜੇ ਹਜ਼ਾਰ ਟਰੈਕਟਰ ਚਲਾ ਕੇ ਰਿਹਰਸਲ ਕੀਤੀ ਗਈ। ਹਰਿਆਣਾ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਦ੍ਰਿਸ਼ ਦੇਖਣ ਨੂੰ ਮਿਲੇ। ਇਸੇ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਟਰੈਕਟਰਾਂ ਨੇ ਰਿਹਰਸਲ ਕੀਤੀ ਕੱਲ ਦੇ ਮਾਰਚ ਨੂੰ ਲੈ ਕੇ। ਤੇ ਕੱਲ ਵਾਲਾ ਜਿਹੜਾ ਟਰੈਕਟਰ ਮਾਰਚ ਹੈ ਉਸ ਨੂੰ ਕਿਸਾਨ ਲੀਡਰਾਂ ਨੇ ਕਿਹਾ ਕਿ 26 ਜਨਵਰੀ ਦੀ ਗਣਤੰਤਰ ਦਿਵਸ ਮੌਕੇ ਜਿਹੜੀ ਟਰੈਕਟਰ ਪਰੇਡ ਕੱਢੀ ਜਾਏਗੀ ਕਿਸਾਨਾਂ ਦੇ ਵੱਲੋਂ, ਉਹਦੀ ਰਿਹਰਸਲ ਹੋਏਗੀ। ਕਿਉਂਕਿ ਦਿੱਲੀ ਦੇ ਵਿੱਚ ਹੈ ਜਿਹੜਾ ਉਹ ਟਰੈਕਟਰ ਮਾਰਚ ਕੱਢਿਆ ਜਾਣਾ ਹੈ ਤੇ ਦਿੱਲੀ ਦੇ ਵਿੱਚ ਹੀ ਟਰੈਕਟਰ ਪਰੇਡ ਹੋਣੀ ਹੈ ਉਸ ਦਿਨ। ਇਸ ਕਰਕੇ ਕੱਲ ਵਾਲਾ ਜਿਹੜਾ ਟਰੈਕਟਰ ਮਾਰਚ ਹੈ ਉਹ 26 ਜਨਵਰੀ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ। ਹਰਿਆਣਾ ਦੇ ਵਿੱਚ ਜ਼ਿਆਦਾਤਰ ਕਿਸਾਨ ਬੀਬੀਆਂ ਟਰੈਕਟਰ ਚਲਾਉਣਾ ਵੀ ਸਿੱਖ ਰਹੀਆਂ ਨੇ। ਖਾਸ ਕਰਕੇ 26 ਜਨਵਰੀ ਦਾ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਣਾ ਉਸ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਸਾਰੇ ਕਿਸਾਨਾਂ ਦੇ ਵਿੱਚ ਤੇ ਬੀਬੀਆਂ ਦੇ ਵਿੱਚ ਜ਼ਿਆਦਾ ਉਤਸ਼ਾਹ ਹਰਿਆਣੇ ਦੇ ਵਿੱਚ ਦਿਖ ਰਿਹਾ ਹੈ, ਜਿਹੜੀਆਂ ਕਿ ਟਰੈਕਟਰ ਦੀ ਸਿਖਲਾਈ ਲੈ ਰਹੀਆਂ ਨੇ। ਕਈ ਘੰਟੇ ਇੱਕ ਦਿਨ ਦੇ ਵਿੱਚ ਉਹ ਟਰੈਕਟਰ ਚਲਾਉਣਾ ਸਿੱਖਦੀਆਂ ਨੇ ਤਾਂ ਕਿ 26 ਜਨਵਰੀ ਦੀ ਟਰੈਕਟਰ ਪਰੇਡ ਦੇ ਵਿੱਚ ਉਹ ਆਪਣੇ ਜਥਿਆਂ ਦੀ ਅਗਵਾਈ ਕਰ ਸਕਣ। ਕੱਲ ਸਿੰਘੂ ਬਾਰਡਰ ਤੇ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਅੱਜ ਹੋਣ ਵਾਲਾ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਲ ਨੂੰ ਹੋਏਗਾ, ਯਾਨੀ ਕਿ 6 ਜਨਵਰੀ ਨੂੰ ਪਹਿਲਾਂ ਹੋਣਾ ਸੀ ਟਰੈਕਟਰ ਮਾਰਚ। ਮੌਸਮ ਦੀ ਗੜਬੜੀ ਹੋਣ ਕਰਕੇ ਇਸ ਨੂੰ 7 ਜਨਵਰੀ ਦੇ ਉੱਤੇ ਪਾ ਦਿੱਤਾ ਗਿਆ ਸੀ। ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਦੇ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਟਰੈਕਟਰ ਮੰਗਵਾਏ ਗਏ ਨੇ ਜਿਹੜੇ ਕਿ ਕੱਲ ਨੂੰ ਦਿੱਲੀ ਵਿੱਚ ਮਾਰਚ ਕੱਢਣਗੇ। ਹਰਿਆਣਾ ਦੇ ਹਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ 10 ਟਰੈਕਟਰ ਟਰਾਲੀਆਂ ਮੰਗਵਾਏ ਗਏ ਨੇ ਤੇ ਇਸੇ ਕਰਕੇ ਹਰਿਆਣਾ ਦੇ ਕਿਸਾਨਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਹੈ। ਹਰਿਆਣਾ ਬਿਲਕੁਲ ਹੀ ਨੇੜੇ ਪੈਂਦਾ ਹੈ ਸਿੰਘੂ ਬਾਰਡਰ ਦੇ, ਟਿਕਰੀ ਬਾਰਡਰ ਦੇ। ਇਸ ਕਰਕੇ ਹਰਿਆਣਾ ਦੇ ਕਿਸਾਨਾਂ ਦਾ ਟਰੈਕਟਰ ਲੈ ਕੇ ਇੱਥੇ ਪਹੁੰਚਣਾ, ਮਾਰਚ ਦੇ ਵਿੱਚ ਸ਼ਾਮਿਲ ਹੋਣਾ ਥੋੜਾ ਜਿਹਾ ਜਿਹੜਾ ਸੌਖਾ ਹੈ। ਇਸ ਕਰਕੇ ਹਰਿਆਣਾ ਦੇ ਹਰ ਪਿੰਡ ਦੇ ਵਿੱਚੋਂ 10 ਟਰੈਕਟਰ ਟਰਾਲੀਆਂ ਲਿਆਉਣ ਦੀਆਂ ਜਿਹੜੀਆਂ ਡਿਊਟੀਆਂ ਉਹ ਲਾਈਆਂ ਗਈਆਂ। ਇਸ ਟਰੈਕਟਰ ਮਾਰਚ ਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦੇ ਦਈਏ ਕਿ ਇਹਦਾ ਜਿਹੜਾ ਰੂਟ ਹੈ ਉਹ ਕੀ ਹੋਏਗਾ। ਕੁੰਡਲੀ, ਮਾਨੇਸਰ, ਪਲਵਲ ਯਾਨੀ ਕਿ KMP ਮਾਰਗ ਦੇ ਉੱਤੇ ਸਿੰਘੂ ਤੋਂ ਟਿਕਰੀ ਵੱਲ ਤੇ ਫਿਰ ਟਿਕਰੀ ਤੋਂ ਸਿੰਘੂ ਵੱਲ ਟਰੈਕਟਰ ਮਾਰਚ ਕੀਤਾ ਜਾਏਗਾ। ਇਸੇ ਤਰ੍ਹਾਂ ਕੁੰਡਲੀ, ਗਾਜ਼ੀਆਬਾਦ, ਪਲਵਲ ਯਾਨੀ ਕਿ KGP ਮਾਰਗ ਦੇ ਉੱਤੇ ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਵੱਲੋਂ ਗਾਜ਼ੀਪੁਰ ਵੱਲ ਇਹ ਜਿਹੜਾ ਟਰੈਕਟਰ ਨੇ ਚਲਾਏ ਜਾਣਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਕੱਲ੍ਹ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਆਪਾਂ ਨੂੰ ਪਰੇਡ ਕਰਦੇ, ਮਾਰਚ ਕਰਦੇ ਨਜ਼ਰ ਆਉਣਗੇ। ਹਾਲਾਂਕਿ ਦਿੱਲੀ ਪੁਲਿਸ ਦੇ ਵੱਲੋਂ ਵੀ ਆਪਣੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ। ਦਿੱਲੀ ਦੇ ਵਿੱਚ ਹੁਣ ਥਾਂ ਦੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਕੱਲ ਦੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਸਾਡੀ ਜਥੇਬੰਦੀ ਦੀ ਅਗਵਾਈ ਦੇ ਵਿੱਚ ਟਰੈਕਟਰ ਮਾਰਚ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਕਰ ਲਈਆਂ ਗਈਆਂ ਨੇ ਤੇ 26 ਜਨਵਰੀ ਦੇ ਵੱਡੇ ਟਰੈਕਟਰ ਪਰੇਡ ਮਾਰਚ ਦੀ ਇਹ ਰਿਹਰਸਲ ਹੋਏਗੀ, ਯਾਨੀ ਕਿ ਕੱਲ ਦਾ ਮਾਰਚ 26 ਜਨਵਰੀ ਦੀ ਰਿਹਰਸਲ ਹੋਏਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ 26 ਜਨਵਰੀ ਨੂੰ ਗਣਰਾਜ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਦੌਰਾ ਰੱਦ ਹੋਣ ਨੂੰ ਮੋਦੀ ਸਰਕਾਰ ਦੀ ਇਖਲਾਕੀ ਤੌਰ ਤੇ ਹੋਈ ਹਾਰ ਦੱਸਿਆ ਤੇ ਕਿਹਾ ਹੈ ਕਿ ਮੋਦੀ ਸਰਕਾਰ ਕੋਲ ਹਾਲੇ ਵੀ ਸਮਾਂ ਬਾਕੀ ਹੈ, ਹਾਲੇ ਵੀ ਸਮਾਂ ਰਹਿੰਦਿਆਂ ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ 12 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ ਚੌਥਾ ਜਿਹੜਾ ਜਥਾ ਹੈ ਉਹ ਦਿੱਲੀ ਵੱਲ ਨੂੰ ਕੂਚ ਕਰੇਗਾ। ਉਸ ਤੋਂ ਬਾਅਦ 20 ਜਨਵਰੀ ਨੂੰ ਤਰਨਤਾਰਨ ਤੋਂ 5ਵਾਂ ਵੱਡਾ ਜਥਾ ਦਿੱਲੀ ਨੂੰ ਰਵਾਨਾ ਹੋਏਗਾ ਜਿਹੜਾ ਕਿ 22 ਜਨਵਰੀ ਨੂੰ ਦਿੱਲੀ ਪਹੁੰਚ ਜਾਏਗਾ। ਇਸ ਮੌਕੇ ਕਿਸਾਨ ਲੀਡਰਾਂ ਨੇ ਕਿਸਾਨਾਂ ਨੂੰ ਲਗਾਤਾਰ ਸੱਦਾ ਦਿੱਤਾ ਹੈ, ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਅੰਬਾਨੀ ਅਡਾਨੀ ਦੇ ਕਾਰੋਬਾਰਾਂ ਦੇ ਵਿੱਚੋਂ ਆਪਣੇ ਸ਼ੇਅਰ ਨੇ ਜਿਹੜੇ ਉਹ ਲੋਕ ਕੱਢ ਲੈਣ ਜੇ ਉਹ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਨੇ ਤੇ ਸਾਰੇ ਦੇਸ਼ ਵਾਸੀਆਂ ਨੂੰ ਸਮੁੱਚੇ ਤੌਰ ਦੇ ਉੱਤੇ ਮੁਕੰਮਲ ਤੌਰ ਤੇ ਅੰਬਾਨੀਆਂ ਅਡਾਨੀਆਂ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ ਹੈ। ਜਿਹੜੀਆਂ ਹੁਣ ਖਬਰਾਂ ਆ ਰਹੀਆਂ ਨੇ ਉਹਦੇ 'ਚ ਇਹ ਪਤਾ ਲੱਗਾ ਵਾ ਵੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜਾ ਭਾਰਤ ਦਾ ਗਣਰਾਜ ਦਿਹਾੜਾ ਸੀਗਾ, ਜਿਹੜੀ ਇਹ ਤੋਂ ਪਹਿਲਾਂ ਅਸੀਂ ਅਪੀਲ ਜ਼ਾਹਰ ਕੀਤੀ ਸੀ
ਆਪਣੇ ਬਰਤਾਨੀਆ ਦੇ ਐਮਪੀਸ ਨੂੰ ਤੇ ਹੋਰਨਾਂ ਨੂੰ ਤੇ ਐਨਐਲਐਸ ਆਪਣੇ ਭਰਾਵਾਂ ਨੂੰ ਪੰਜਾਬੀਆਂ ਨੂੰ ਵੀ ਉਹ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਦਬਾਅ ਪਾਉਣ ਵੀ ਜਿਸ ਕਿਸਮ ਦਾ ਅੰਦੋਲਨ ਭਾਰਤ ਵਿੱਚ ਚੱਲ ਰਿਹਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਜਿਹੇ ਮਾਹੌਲ 'ਚ ਨਹੀਂ ਆਉਣਾ ਚਾਹੀਦਾ। ਉਹ ਮੈਨੂੰ ਲੱਗਦਾ ਵੀ ਭਾਵੇਂ ਪੁਸ਼ਟੀ ਨਹੀਂ ਹੋ ਰਹੀ, ਇਸੇ ਕਰਕੇ ਨਹੀਂ ਆ ਰਹੇ ਕਿਉਂਕਿ ਇਹ ਅੰਦੋਲਨ ਦੇ ਦੌਰਾਨ ਜਿਹੜਾ ਗਣਰਾਜ ਦਿਹਾੜਾ ਹੋ ਰਿਹਾ ਵਾ ਔਰ ਇਸ ਕਰਕੇ ਇਹ ਕਿਸਾਨ ਮਜ਼ਦੂਰ ਅੰਦੋਲਨ ਦੀ ਆਪਣੇ ਆਪ ਦੇ ਵਿੱਚ ਅਖਲਾਕੀ ਤੌਰ ਤੇ ਜਿੱਤ ਆ ਵੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਹੀਂ ਆ ਰਹੇ। ਉਵੇਂ ਇਹ ਪ੍ਰੋਟੋਕਾਲ ਹੁੰਦੀ ਆ ਅੰਤਰਰਾਸ਼ਟਰੀ ਪੱਧਰ ਤੇ ਕੌਮਾਂਤਰੀ ਪੱਧਰ ਤੇ ਵੀ ਕੋਈ ਵੀ ਪ੍ਰਧਾਨ ਮੰਤਰੀ ਕਾਰਡ ਛਾਪਦਨ ਪ੍ਰੋਗਰਾਮ ਲਿਖ ਕੇ ਜਾਣ ਉਦੋਂ ਬਾਅਦ ਉਹ ਨਾ ਕਰ ਦੇਣ, ਇਹ ਸੰਭਵ ਨਹੀਂ ਹੁੰਦਾ। ਸੋ ਇਸ ਕਰਕੇ ਭਾਰਤ ਸਰਕਾਰ ਦੀ ਨੈਤਿਕ ਤੌਰ ਤੇ ਕੂਟਨੀਤਿਕ ਤੌਰ ਤੇ ਹਾਰ ਹੋਈ ਆ ਤੇ ਉਹਨੂੰ ਸਮਝ ਲੈਣਾ ਚਾਹੀਦਾ, ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਉਹ ਜਿਸ ਕਿਸਮ ਦਾ ਰਵੱਈਆ ਅਪਣਾ ਰਹੀ ਆ ਭਾਰਤ ਤੇ ਬਰਤਾਨੀਆ ਦੇ ਬਹੁਤ ਨਜ਼ਦੀਕੀ ਸੰਬੰਧ ਰਹੇ ਨੇ। ਇਹਦੇ ਬਾਵਜੂਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਹ ਅੰਦੋਲਨ ਦੀ ਆਪਣੇ ਆਪ ਦੇ ਵਿੱਚ ਵੱਡੀ ਜਿੱਤ ਆ ਤੇ ਇਹ ਅਖਲਾਕੀ ਤੌਰ ਤੇ ਕਿਸਾਨ ਅੰਦੋਲਨ ਦੀ ਜਿੱਤ ਆ ਤੇ ਨੈਤਿਕ ਤੌਰ ਤੇ ਭਾਰਤ ਸਰਕਾਰ ਦੀ ਹਾਰ ਆ। ਸਿੰਘੂ ਬਾਰਡਰ ਦੀ ਸਟੇਜ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਤਕਰੀਰ ਦਿੱਤੀ। ਅੱਜ ਦੀ ਤਕਰੀਰ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਕਾਫੀ ਭੱਖੇ ਹੋਏ ਦਿਖ ਰਹੇ ਸੀ। 4 ਜਨਵਰੀ ਜਿਹੜੀ ਪਰਸੋਂ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਸਰਕਾਰ ਦਾ ਕੀ ਰਵੱਈਆ ਰਿਹਾ ਉਸ ਬਾਰੇ ਉਹਨਾਂ ਨੇ ਖੁਲਾਸੇ ਕੀਤੇ। ਦਾ ਖਾਲਸ ਟੀਵੀ ਤੇ ਥੋੜੀ ਦੇਰ ਪਹਿਲਾਂ ਉਹਨਾਂ ਦੀ ਸਾਰੀ ਤਕਰੀਰ ਵਾਲੀ ਵੀਡੀਓ ਅਸੀਂ ਪਾਈ ਹੈਗੀ ਹੈ, ਪਬਲਿਸ਼ ਕੀਤੀ ਹੈ, ਉਹ ਸਾਰੀ ਤੁਸੀਂ ਤਕਰੀਰ ਸੁਣ ਸਕਦੇ ਹੋ। ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਵੀ ਝਿੜਕਿਆ ਹੈ। ਬਲਵੀਰ ਸਿੰਘ ਰਾਜੇਵਾਲ ਕਹਿੰਦੇ ਨੇ ਕਿ ਸਾਡੇ ਕਿਸਾਨ ਸਾਥੀ ਆਪਣੀਆਂ ਜਾਨਾਂ ਗਵਾ ਰਹੇ ਨੇ ਇਸ ਸੰਘਰਸ਼ ਦੇ ਵਿੱਚ ਤੇ ਜਿਹੜਾ ਤੁਸੀਂ ਰਾਤ ਨੂੰ दारू ਪੀ ਕੇ ਡੈਕ ਲਾ ਕੇ ਇੱਥੇ ਘੁੰਮਦੇ ਫਿਰਦੇ ਹੋ ਸੜਕਾਂ ਦੇ ਉੱਤੇ, ਕੀ ਤੁਸੀਂ ਉਹਨਾਂ ਦੀਆਂ ਅਰਥੀਆਂ ਦੇ ਉੱਤੇ ਨੱਚ ਰਹੇ ਹੋ? ਜੇ ਤੁਸੀਂ ਗਾਣੇ ਗਾ ਕੇ ਨੱਚ ਰਹੇ ਹੋ ਤਾਂ ਤੁਸੀਂ ਸਾਡੇ ਕਿਸਾਨ ਸਾਥੀ ਜਿਹੜੇ ਸਾਡੇ ਤੋਂ ਵਿਛੜ ਰਹੇ ਨੇ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਤੁਸੀਂ ਨੱਚ ਰਹੇ ਹੋ। ਇਸ ਕਰਕੇ ਤੁਸੀਂ ਅਜਿਹੀਆਂ ਹਰਕਤਾਂ ਨਾ ਕਰੋ ਕਿਉਂਕਿ ਜ਼ਾਹਿਰ ਤੌਰ ਤੇ ਰਾਤ ਨੂੰ ਸਿੰਘੂ ਬਾਰਡਰ ਹੋਵੇ ਜਾਂ ਟਿਕਰੀ ਬਾਰਡਰ, ਉੱਥੇ ਕੁਝ ਨੌਜਵਾਨ ਚੁਣਿੰਦਾ ਕੁਝ ਨੌਜਵਾਨ ਹੈਗੇ ਨੇ ਜਿਹੜੇ ਸ਼ਰਾਬ ਦਾ ਸੇਵਨ ਵੀ ਕਰਦੇ ਨੇ ਤੇ ਫਿਰ ਟਰੈਕਟਰ ਦੇ ਉੱਤੇ ਉੱਚੀ ਉੱਚੀ ਗਾਣੇ ਲਾ ਕੇ ਉੱਥੇ ਘੁੰਮਦੇ ਫਿਰਦੇ ਨੇ। ਹਾਲਾਂਕਿ ਜਿਹੜੇ ਗਾਣੇ ਲੱਗੇ ਹੁੰਦੇ ਨੇ ਉਹ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੁੰਦੇ ਨੇ, ਪਰ ਜਿਹੜਾ ਗੀਤ ਸੰਗੀਤ ਉੱਚੀ ਆਵਾਜ਼ ਦੇ ਵਿੱਚ ਵੱਜਦਾ ਹੈ ਉਹ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਦੁੱਖ ਪਹੁੰਚਾਉਂਦਾ ਹੈ ਜਿਨ੍ਹਾਂ ਦੇ ਘਰ ਦੇ ਤੁਰ ਜਾਂਦੇ ਨੇ, ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਮਾਪੇ ਤੁਰ ਗਏ ਨੇ ਇਸ ਸੰਘਰਸ਼ ਨੂੰ ਆਪਣੀ ਜਾਨ ਸਮਰਪਣ ਕਰਦੇ ਹੋਏ। ਸੋ ਬਲਵੀਰ ਸਿੰਘ ਰਾਜੇਵਾਲ ਨੇ ਉਹਨਾਂ ਸਾਰਿਆਂ ਨੂੰ ਝਾੜ ਪਾਈ ਹੈ ਤੇ ਨਾਲ ਹੀ ਬੀਜੇਪੀ ਦੇ ਆਈਟੀ ਸੈੱਲ ਨੂੰ ਸਭ ਤੋਂ ਖਤਰਨਾਕ ਆਈਟੀ ਸੈੱਲ ਦੱਸਿਆ ਜਿਹੜਾ ਕਿ ਨਿਤ ਨਵਾਂ ਸ਼ੋਸ਼ਾ ਕੱਢ ਕੇ ਲਿਆਉਂਦਾ ਹੈ ਤੇ ਲੋਕਾਂ ਦੇ ਵਿੱਚ ਨਫ਼ਰਤ ਫੈਲਾ ਦਿੰਦਾ ਹੈ। ਬਲਵੀਰ ਸਿੰਘ ਰਾਜੇਵਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਹੜੀ 8 ਜਨਵਰੀ ਨੂੰ ਬੈਠਕ ਹੋਏਗੀ ਉਸ ਦੇ ਵਿੱਚ ਹੀ ਅਸੀਂ ਸਿਰਫ ਕਾਨੂੰਨ ਰਿਪੀਲ ਕਰਨ ਦੀ ਮੰਗ ਦੇ ਉੱਤੇ ਹੀ ਡਟੇ ਰਹਾਂਗੇ। ਸਾਰੇ ਕਿਸਾਨਾਂ ਨੂੰ ਜਿਹੜੇ ਮੋਰਚਿਆਂ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਬਿਨਾਂ ਕਾਨੂੰਨ ਰੱਦ ਕਰੇ ਤੋਂ ਇੱਥੋਂ ਨਹੀਂ ਜਾਵਾਂਗੇ। ਤੁਸੀਂ ਸਾਡੇ ਤੇ ਯਕੀਨ ਕਰ ਸਕਦੇ ਹੋ ਕਿਉਂਕਿ ਅਸੀਂ ਬਿਲਕੁਲ ਵੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਸਰਕਾਰ ਦੇ ਨਾਲ ਕੋਈ ਹੋਰ ਸਮਝੌਤਾ ਨਹੀਂ ਕਰਾਂਗੇ। ਬਲਵੀਰ ਸਿੰਘ ਰਾਜੇਵਾਲ ਨੇ ਇਹ ਵੀ ਦੱਸਿਆ ਕਿ 4 ਜਨਵਰੀ ਨੂੰ ਜਿਹੜੀ ਬੈਠਕ ਹੋਈ ਸੀ ਉਹਦੇ ਵਿੱਚ ਕਿਸਾਨ ਲੀਡਰਾਂ ਨੇ ਜਿਹੜੇ ਅੰਦੋਲਨ ਦੇ ਵਿੱਚ ਜਾਨ ਗਵਾ ਗਏ ਕਿਸਾਨ ਸਾਥੀ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸੀ 2 ਮਿੰਟ ਦਾ ਮੌਨ ਧਾਰ ਕੇ ਤੇ ਉਸ ਤੋਂ ਬਾਅਦ ਸ਼ਰਮੋ ਸ਼ਰਮੀ ਸਰਕਾਰ ਦੇ ਮੰਤਰੀਆਂ ਨੇ ਵੀ ਫਿਰ ਸ਼ਰਧਾਂਜਲੀ ਦਿੱਤੀ ਸੀ। ਉਹਨਾਂ ਨੇ ਸਾਫ਼ ਕੀਤਾ ਕਿ ਕਿਸਾਨਾਂ ਨੇ ਕੋਈ ਅਪੀਲ ਕੋਈ ਮੰਗ ਸਰਕਾਰ ਨੂੰ ਨਹੀਂ ਕੀਤੀ ਸੀ ਕਿ ਉਹ ਸਾਡੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ। ਇਹ ਬਲਵੀਰ ਸਿੰਘ ਰਾਜੇਵਾਲ ਨੇ ਸਾਫ਼ ਕੀਤਾ ਕਿਉਂਕਿ ਜਿਸ ਦਿਨ ਮੀਟਿੰਗ ਹੋਈ ਸੀ ਉਸ ਦਿਨ ਇਹੀ ਖਬਰਾਂ ਨਿਕਲ ਕੇ ਬਾਹਰ ਆਈਆਂ ਸੀ ਕਿ ਕਿਸਾਨਾਂ ਨੇ ਜਾਣ ਸਾਰੇ ਮੰਗ ਰੱਖੀ ਸੀ ਕਿ ਸ਼ਰਧਾਂਜਲੀ ਦਿੱਤੀ ਜਾਵੇ ਤੇ ਇਹ ਵੀ ਕਈ ਲੋਕਾਂ ਨੇ ਇਤਰਾਜ਼ ਜਤਾਇਆ ਸੀ ਕਿ ਕਿਸਾਨ ਲੀਡਰਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਸਾਨੂੰ ਸਰਕਾਰ ਦੀ ਸ਼ਰਧਾਂਜਲੀ ਨਹੀਂ ਚਾਹੀਦੀ, ਸਰਕਾਰ ਦੇ ਕਰਕੇ ਹੀ ਤਾਂ ਇਹ ਮੌਤਾਂ ਹੋਈਆਂ ਨੇ। ਸੋ ਜਿਸ ਦਾ ਅੱਜ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟੀਕਰਨ ਦੇ ਦਿੱਤਾ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਜਿਹੜਾ ਦੌਰਾ ਰੱਦ ਹੋਇਆ ਉਸ ਨੂੰ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਦੀ ਇਖਲਾਕੀ ਜਿੱਤ ਦੱਸਿਆ ਤੇ ਸਰਕਾਰ ਦੀ ਬੁਰੀ ਤਰ੍ਹਾਂ ਦੇ ਨਾਲ ਹਾਰ ਦੱਸਿਆ। ਉਹਨਾਂ ਨੇ ਕਿਹਾ ਕਿ ਕਰੋਨਾ ਦਾ ਤਾਂ ਸਿਰਫ ਬਹਾਨਾ ਬਣਾਇਆ ਬੋਰਿਸ ਜੌਨਸਨ ਨੇ, ਜਦ ਕਿ ਜਿਹੜਾ ਕਾਰਨ ਹੈਗਾ ਉਹ ਕਿਸਾਨੀ ਸੰਘਰਸ਼ ਦਾ ਦਬਾਅ ਹੈ ਕਿਉਂਕਿ ਅਸੀਂ ਵੀ ਅਪੀਲ ਕੀਤੀ ਸੀ ਜਿਹੜੇ ਬਰਤਾਨੀਆ ਦੇ ਐਮਪੀ ਹੈਗੇ ਨੇ ਸੰਸਦ ਮੈਂਬਰ ਨੇ ਉਹਨਾਂ ਨੂੰ ਅਸੀਂ ਅਪੀਲ ਕੀਤੀ ਸੀ ਕਿ ਆਪਣੇ ਪ੍ਰਧਾਨ ਮੰਤਰੀ ਨੂੰ ਸਾਡੇ ਮੁਲਕ ਦੇ ਵਿੱਚ ਆਉਣ ਤੋਂ ਰੋਕੋ ਉਹਨਾਂ ਚਿਰ ਤੱਕ ਜਦੋਂ ਤੱਕ ਸਾਡੀ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਹੀਂ ਕਰ ਦਿੰਦੀ। ਤੁਹਾਡੇ ਦਬਾਅ ਦਾ ਸਿੱਟਾ ਹੈ, ਇਹਦਾ ਹੀ ਨਤੀਜਾ ਹੈ। ਇੰਗਲੈਂਡ ਦਾ ਪ੍ਰਧਾਨ ਮੰਤਰੀ 26 ਜਨਵਰੀ ਨੂੰ ਮੁੱਖ ਮਹਿਮਾਨ ਬਣ ਕੇ ਇੱਥੇ ਨਹੀਂ ਆ ਰਿਹਾ।
ਉਹਨੇ ਕਿਹਾ ਭਾਵੇਂ ਬਹਾਨਾ ਲਾਇਆ ਵੀ ਉੱਥੇ ਇੰਗਲੈਂਡ ਦੇ ਵਿੱਚ ਕਰੋਨਾ ਦੀ ਬਿਮਾਰੀ ਫੇਰ ਫੈਲੀ ਹੈ, ਪਰ ਨਾਲ ਉਹਦੇ ਇਹ ਵੀ ਕਿਹਾ ਵੀ ਮੈਨੂੰ ਪਤਾ ਲੱਗਿਆ ਤੁਹਾਡੇ ਦੇਸ਼ ਵਿੱਚ ਤੁਸੀਂ ਕਿਸਾਨਾਂ ਨਾਲ ਜ਼ਿਆਦਤੀ ਕਰ ਰਹੇ ਹੋ, ਇਸ ਕਰਕੇ ਮੈਂ ਨਹੀਂ ਆ ਰਿਹਾ। ਇਹ ਕੋਈ ਛੋਟੀਆਂ ਗੱਲਾਂ ਨਹੀਂ। ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਯਕੀਨ ਦਿਵਾਉਣਾ ਚਾਹੁੰਦਾ ਹਾਂ ਮਿੱਤਰੋ, ਜੰਗ ਜਿੱਤੀ ਹੋਈ ਹੈ, ਬਾਰ-ਬਾਰ ਸਾਬਤ ਕਰ ਚੁੱਕੇ ਹਾਂ ਤੁਹਾਡਾ ਕੇਸ। ਸਰਕਾਰ ਕੋਲ ਕਿਸੇ ਗੱਲ ਦਾ ਜਵਾਬ ਨਹੀਂ। ਅਸੀਂ ਉਹਨਾਂ ਨੂੰ ਚੂੰ ਨਹੀਂ ਕਰਨ ਦਿੰਦੇ, ਜਦੋਂ ਅੱਗੇ ਬੋਲਦੇ ਨੇ ਤਰਕ ਅਸੀਂ ਉਹਨਾਂ ਨੂੰ ਘੇਰਦੇ ਹਾਂ। ਸਰਕਾਰ ਝੂਠੀ ਪੈ ਚੁੱਕੀ ਹੈ, ਸਾਰੇ ਲੀਡਰ ਜੇਲ੍ਹ ਜਾਣਗੇ, ਪਰ ਅਸੀਂ ਸੁਪਰੀਮ ਕੋਰਟ ਦਾ ਇਹੋ ਜਿਹਾ ਕੋਈ ਹੁਕਮ ਨਹੀਂ ਮੰਨਾਂਗੇ ਜਿਹੜਾ ਇਹਨਾਂ ਪਟੀਸ਼ਨਾਂ ਵਿੱਚ ਪਟੀਸ਼ਨ ਪਾਉਣ ਵਾਲਿਆਂ ਨੇ ਨਹੀਂ ਕੀਤੀ। ਸਰਕਾਰ ਸੁਪਰੀਮ ਕੋਰਟ ਵੱਲ ਵਧ ਰਹੀ ਹੈ, ਉਹਨਾਂ ਨੂੰ ਕੋਈ ਰਸਤਾ ਨਹੀਂ ਦਿੰਦਾ। ਉਹਨਾਂ ਨੂੰ ਪਤਾ ਵੀ ਅਸੀਂ ਕਾਨੂੰਨ ਗਲਤ ਬਣਾਏ ਨੇ, ਅਸੀਂ ਸਿੱਧ ਕਰ ਚੁੱਕੇ ਹਾਂ ਵੀ ਇਹ ਗੈਰ ਸੰਵਿਧਾਨਕ ਨੇ, ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ। ਇਕੱਠੇ ਹੋ ਕੇ ਲੜਾਂਗੇ ਤਾਂ ਬਚਾਂਗੇ, ਨਹੀਂ ਤਾਂ ਸਾਨੂੰ ਸਾਰਿਆਂ ਨੂੰ ਖਤਮ ਕਰ ਦੇਗੀ ਇਹ ਕੇਂਦਰ ਦੀ ਸਰਕਾਰ। ਸਭ ਤੋਂ ਖਤਰਨਾਕ ਕਿਸਮ ਦਾ ਆਈਟੀ ਸੈੱਲ ਭਾਜਪਾ ਵਾਲਿਆਂ ਨੇ ਬਣਾਇਆ ਹੋਇਆ ਹੈ। ਉਹ ਹਰ ਰੋਜ਼ ਨਵਾਂ ਸ਼ੋਸ਼ਾ ਛੱਡਦਾ ਹੈ। 2 ਦਿਨਾਂ ਤੋਂ ਮੈਂ ਦੇਖ ਰਿਹਾ ਸਾਡੇ ਕੁਝ ਲੋਕ ਰਾਤ ਨੂੰ ਸ਼ਰਾਬ ਪੀਂਦੇ ਨੇ, ਉਹਨਾਂ ਦੀਆਂ ਅਰਥੀਆਂ ਤੇ ਸ਼ਰਾਬ ਪੀਂਦੇ ਹੋ। 26 ਜਨਵਰੀ ਦੇ ਗਣਤੰਤਰ ਦਿਹਾੜੇ ਨੂੰ ਲੈ ਕੇ ਨਵੇਂ ਪ੍ਰੋਗਰਾਮਾਂ ਦਾ ਐਲਾਨ ਕਰਨ ਦੇ ਲਈ ਅੱਜ ਦਲ ਖਾਲਸਾ ਦੇ ਵੱਲੋਂ ਵੀ ਖਾਸ ਬੈਠਕ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ। ਇਹਦੇ ਵਿੱਚ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਨੂੰ ਲੈ ਕੇ ਦਲ ਖਾਲਸਾ ਜਥੇਬੰਦੀ ਦੇ ਵੱਲੋਂ ਇੱਕ ਪ੍ਰੋਟੈਸਟ ਚਾਰਟ ਜਾਰੀ ਕੀਤਾ ਗਿਆ। ਇਹਦੇ ਵਿੱਚ 2 ਪ੍ਰਮੁੱਖ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਨੇ, ਐਲਾਨੇ ਗਏ ਨੇ। ਲੋਹੜੀ ਵਾਲੇ ਦਿਨ ਯਾਨੀ ਕਿ 13 ਜਨਵਰੀ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਜੋ ਕਿਸਾਨ ਲੀਡਰਾਂ ਨੇ ਸੱਦਾ ਦਿੱਤਾ, ਉਸ ਸੱਦੇ ਨੂੰ ਮੰਨਦੇ ਹੋਏ ਇਹਨਾਂ ਨੇ ਵੀ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਉਸੇ ਤਰ੍ਹਾਂ ਦਾ ਕਿਹਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਜਾਏਗਾ, ਜੋ ਕਿ 26 ਜਨਵਰੀ ਦੇ ਮੌਕੇ ਸਰਕਾਰ ਦੀ ਪਰੇਡ ਦੇ ਪੈਰਲਲ ਇੱਕ ਪਰੇਡ ਹੈ ਜਿਹੜੀ ਉਹ ਹੋਏਗੀ। ਦਲ ਖਾਲਸਾ ਵੱਲੋਂ ਪੂਰਨ ਸਮਰਥਨ ਹੈ ਜਿਹੜਾ ਕਿਸਾਨਾਂ ਦੇ ਇਹਨਾਂ ਪ੍ਰੋਗਰਾਮਾਂ ਦਾ ਕੀਤਾ ਗਿਆ ਹੈ। ਦਲ ਖਾਲਸਾ ਦੇ ਜਿਹੜੇ ਵਰਕਰ ਹੈਗੇ ਨੇ ਉਹਨਾਂ ਦੇ ਵੱਲੋਂ ਲੋਹੜੀ ਵਾਲੇ ਦਿਨ ਪੂਰੇ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨ ਭੇਂਟ ਕੀਤਾ ਜਾਏਗਾ ਤੇ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਹੈ ਜਿਹੜਾ ਉਹ ਕੱਢਿਆ ਜਾਏਗਾ। ਉਹਨਾਂ ਨੇ ਕਿਹਾ ਕਿ ਇਸ ਵਾਰ ਦਾ ਗਣਤੰਤਰ ਦਿਵਸ ਕਿਸਾਨ ਭਾਈਚਾਰੇ ਦੇ ਲਈ ਕਾਲਾ ਗਣਤੰਤਰ ਦਿਹਾੜਾ ਹੈ। ਇਸ ਲਈ ਦਲ ਖਾਲਸਾ ਤੇ ਕਿਸਾਨ ਜਾਂ ਫਿਰ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕਾਲੇ ਝੰਡੇ ਲੈ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਏਗਾ। ਹਾਲਾਂਕਿ ਕਿਸਾਨ ਲੀਡਰਾਂ ਨੇ ਇਹ ਐਲਾਨ ਕੀਤਾ ਹੈ ਕਿ ਟਰੈਕਟਰਾਂ ਦੇ ਉੱਤੇ ਤਿਰੰਗੇ ਝੰਡੇ ਲਾਉਣੇ ਨੇ, ਪਰ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਆਪਾਂ ਪਹਿਲਾਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ 26 ਜਨਵਰੀ ਦੇ ਮੌਕੇ ਜਿਹੜੀ ਕਿਸਾਨਾਂ ਦੀ ਟਰੈਕਟਰ ਪਰੇਡ ਹੋਣੀ ਹੈ ਉਸ ਦੇ ਵਿੱਚ ਤਿਰੰਗੇ ਵੀ ਕਿਤੇ ਨਾ ਕਿਤੇ ਦਿਖਣਗੇ, ਕੇਸਰੀ ਝੰਡੇ ਵੀ ਜ਼ਰੂਰ ਦਿਖਣਗੇ ਅਤੇ ਕਾਲੇ ਝੰਡੇ ਵੀ ਜ਼ਰੂਰ ਦਿਖਣਗੇ ਤੇ ਕਿਸਾਨਾਂ ਦੇ ਝੰਡੇ ਨੇ ਜਿਹੜੇ ਉਹ ਸਭ ਤੋਂ ਮੋਹਰੀ ਤੌਰ ਤੇ ਦਿਖਣਗੇ, ਕਿਉਂਕਿ ਕੋਈ ਵੀ ਝੰਡਾ ਲਾਉਣ ਨੂੰ ਸ਼ਾਇਦ ਕੋਈ ਵੀ ਕਿਸੇ ਨੂੰ ਨਹੀਂ ਵਰਜੇਗਾ। ਤੇ ਕਿਉਂਕਿ ਪ੍ਰੋਟੈਸਟ ਦਾ ਜਿਸ ਤਰ੍ਹਾਂ ਦਾ ਸੁਭਾਅ ਬਣਿਆ ਹੋਇਆ ਉਹ ਆਪਾਂ ਦੇਖ ਸਕਦੇ ਹਾਂ ਕਿ ਇਸ ਨੂੰ ਸ਼ਾਇਦ ਲੋਕ ਹੀ ਚਲਾ ਰਹੇ ਨੇ, ਇਸ ਨੂੰ ਕਿਸਾਨ ਚਲਾ ਰਹੇ ਨੇ, ਇਸ ਨੂੰ ਨਾ ਹੀ ਤਾਂ ਕੋਈ ਕਿਸਾਨ ਲੀਡਰ ਹੈ ਜਿਹੜਾ ਉਹ ਚਲਾ ਰਿਹਾ। ਠੀਕ ਹੈ, ਉਹਨਾਂ ਨੇ ਵਾਗਡੋਰ ਸਾਂਭੀ ਹੋਈ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਅਗਵਾਈ ਕਰ ਰਹੇ ਨੇ, ਸਰਕਾਰ ਦੇ ਨਾਲ ਸੰਵਾਦ ਕਰ ਰਹੇ ਨੇ, ਪਰ ਜਿਸ ਤਰੀਕੇ ਦਾ ਇਸ ਵੱਡੇ ਸੰਘਰਸ਼ ਦਾ ਸੁਭਾਅ ਹੈ ਇਸ ਤੇ ਕਿਸੇ ਵੀ ਅੜਚਨ ਦਾ, ਕਿਸੇ ਵੀ ਸਮੱਸਿਆ ਦਾ, ਕਿਸੇ ਵੀ ਤਿੱਖੇ ਜਾਂ ਫਿਰ ਵਿਰੋਧੀ ਬਿਆਨ ਦਾ ਕੋਈ ਅਸਰ ਨਹੀਂ ਹੋ ਰਿਹਾ। ਜਿਵੇਂ ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਹਰ ਟਰੈਕਟਰ ਦੇ ਉੱਤੇ ਤਿਰੰਗਾ ਲੱਗੇਗਾ, ਤਾਂ ਮਾਹੌਲ ਦੇ ਮੁਤਾਬਿਕ ਕਹਿ ਸਕਦੇ ਹਾਂ ਕਿ ਹਰ ਟਰੈਕਟਰ ਦੇ ਉੱਤੇ ਤਿਰੰਗਾ ਸ਼ਾਇਦ ਲੋਕ ਨਾ ਲਾਉਣ, ਜਿਸ ਤਰੀਕੇ ਦਾ ਗੁੱਸਾ ਇਸ ਵਕਤ ਲੋਕਾਂ ਦੇ ਵਿੱਚ ਹੈ। ਕੇਸਰੀ ਝੰਡੇ, ਕਿਸਾਨਾਂ ਦੇ ਝੰਡੇ, ਕਾਲੇ ਝੰਡੇ ਤੇ ਤਿਰੰਗੇ ਝੰਡੇ, ਇਹ ਚਾਰੇ ਤਰ੍ਹਾਂ ਦੇ ਝੰਡੇ ਉਸ ਦਿਨ ਦਿਖਾਈ ਦੇ ਸਕਦੇ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਮੌਕੇ। ਸੋ ਬੀਜੇਪੀ ਦੀ ਜਿਹੜੀ ਇਹ ਫਾਸੀਵਾਦੀ ਸਰਕਾਰ ਹੈ ਇਹ ਕੁਝ ਵੀ ਕਰ ਸਕਦੀ ਹੈ, ਇਹ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਸਟੇਟ ਜਿਹੜੀ ਹੈ ਬੜੀ ਬੇਰਹਿਮ ਹੁੰਦੀ ਹੈ, ਰੁਦਲੈਸ ਹੁੰਦੀ ਹੈ ਔਰ ਇਹਦਾ ਜਿਹੜਾ ਕੋਈ ਚਿਹਰਾ ਨਹੀਂ ਹੁੰਦਾ। ਔਰ ਸਟੇਟ ਦੇ ਵਿੱਚ ਬਹੁਤ ਸਾਰੇ ਪ੍ਰਾਈਮ ਮਿਨਿਸਟਰ ਦੇ ਨਾਲ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿਸੇ ਹੱਦ ਤੱਕ ਜਾ ਕੇ ਜਬਰ ਤੇ ਜ਼ੁਲਮ ਕਰ ਸਕਦੇ ਨੇ। ਜਿੰਨੀਆਂ ਵੀ ਹੁਣ ਤੱਕ ਮੀਟਿੰਗਸ ਹੋਈਆਂ ਨੇ ਉਹਦੇ 'ਚ ਪ੍ਰਾਈਮ ਮਿਨਿਸਟਰ ਆਊਟ ਹੈ, ਹੋਮ ਮਿਨਿਸਟਰ ਆਊਟ ਹੈ ਔਰ ਅਸੀਂ ਸਮਝਦੇ ਹਾਂ ਜਿਹੜੀ ਕਿਸਾਨਾਂ ਨਾਲ ਮੀਟਿੰਗਸ ਨੇ ਇਹ ਜਦ ਤੱਕ ਪ੍ਰਾਈਮ ਮਿਨਿਸਟਰ ਖੁਦ ਵਿੱਚ ਆ ਕੇ ਨਹੀਂ ਬੈਠਦੇ ਉਨੀ ਦੇਰ ਤੱਕ ਸਿਰਫ ਇੱਕ ਫਾਰਮੈਲਿਟੀ ਹੈ। 60 ਜਾਨਾਂ ਜਾ ਚੁੱਕੀਆਂ ਨੇ
ਉਹ ਕਿਸਾਨ ਅੰਦੋਲਨ ਚਲਾਉਣ ਵਾਲੇ ਤੇ ਜਿਹੜਾ ਡਾਇਸਪੋਰਾ ਆਲਰੇਡੀ ਉਹਨਾਂ ਦੀ ਮਦਦ ਕਰ ਰਿਹਾ, ਮਦਦ ਦੇ ਪੱਖ ਤੋਂ ਉਹਨਾਂ ਨੂੰ ਅਸੀਂ ਕੋਈ ਕਮੀ ਨਹੀਂ ਉਹਨਾਂ ਨੂੰ ਆਉਣ ਦਿਆਂਗੇ। ਪਰ ਸਰਕਾਰ ਨੂੰ ਕਹਿਣਾ, ਮੈਂ ਸਮਝਦਾ ਕਿ ਦਲ ਖਾਲਸਾ ਦਾ ਸਰਕਾਰ ਨੂੰ ਕਹਿਣਾ ਨਹੀਂ ਬਣਦਾ, ਅਸੀਂ ਨਹੀਂ ਕਹਾਂਗੇ ਸਰਕਾਰ ਨੂੰ। ਪਰ ਹਾਂ, ਜਿਹੜਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨਾਂ ਨੂੰ ਅਸੀਂ ਅਪੀਲ ਜ਼ਰੂਰ ਕਹਾਂਗੇ ਕਿ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ, ਹਰ ਤਰ੍ਹਾਂ ਦੇ ਨਾਲ ਉਹਨਾਂ ਦੀ ਸੰਭਵ ਮਦਦ ਕੀਤੀ ਜਾਵੇ। ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਤੀਕਸ਼ਣ ਸੂਦ ਦੇ ਘਰ ਦੇ ਮੂਹਰੇ ਗੋਹਾ ਸੁੱਟਣ ਵਾਲੇ ਖੇਤੀ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਖਿਲਾਫ ਧਾਰਾ 307 ਵਾਪਸ ਲੈਣ ਦੇ ਹੁਕਮ ਦੇ ਦਿੱਤੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਤਲ ਦੀ ਸਾਜ਼ਿਸ਼ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਰੱਦ ਕਰਨ ਦੇ ਵੀ ਹੁਕਮ ਦਿੱਤੇ ਨੇ ਤੇ ਨਾਲ ਹੀ ਕੇਸ ਦਰਜ ਕਰਨ ਵਾਲੇ ਐਸਐਚਓ ਦੀ ਬਦਲੀ ਕਰਨ ਦੇ ਵੀ ਹੁਕਮ ਦੇ ਦਿੱਤੇ ਨੇ। ਇਸ ਮਾਮਲੇ ਦੀ ਹੁਣ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸਐਚਓ ਨੇ ਕਾਫੀ ਉਤੇਜਿਤ ਹੋ ਕੇ ਇਸ ਧਾਰਾ ਦੀ ਵਰਤੋਂ ਕੀਤੀ ਹੈ ਤੇ ਇਹਦੇ ਵਿੱਚ ਹੱਤਿਆ ਕਰਨ ਦੀ ਕੋਸ਼ਿਸ਼ ਵਰਗਾ ਕੁਝ ਵੀ ਨਹੀਂ ਹੈਗਾ। ਜਿਸ ਦਿਨ ਇਹ ਘਟਨਾ ਵਾਪਰੀ ਸੀ, ਬੀਜੇਪੀ ਲੀਡਰ ਦੇ ਘਰ ਦੇ ਬਾਹਰ ਗੋਹੇ ਦੀ ਭਰੀ ਟਰਾਲੀ ਸੁੱਟੀ ਗਈ ਸੀ ਕਿਸਾਨਾਂ ਦੇ ਵੱਲੋਂ। ਗੁੱਸੇ ਦੇ ਵਿੱਚ ਉਹ ਸਾਰੇ ਕਿਸਾਨ ਨਹੀਂ, ਕਿਸਾਨਾਂ ਦੇ ਨਾਲ-ਨਾਲ ਦਲ ਖਾਲਸਾ ਦੇ ਵੀ ਕੁਝ ਵਰਕਰ, ਕੁਝ ਮੈਂਬਰ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ। ਉਸ ਤੋਂ ਬਾਅਦ ਥਾਣੇਦਾਰ ਨੇ ਤਲਖੀ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦਫਾ 307 ਲਾ ਦਿੱਤੀ ਸੀ, ਜਿਸ ਦਾ ਮਤਲਬ ਹੁੰਦਾ ਹੈ ਕਤਲ ਕਰਨ ਦੀ ਕੋਸ਼ਿਸ਼। ਹੁਣੇ ਜੇ ਬੰਦਾ ਅੰਨਾ ਵੀ ਹੋਏਗਾ ਉਹਨੂੰ ਸਿਰਫ ਤੁਸੀਂ ਖਬਰ ਸੁਣਾ ਦਿਓਗੇ, ਉਹ ਵੀ ਹੈਰਾਨ ਹੋ ਜਾਏਗਾ ਕਿ ਕਿਸੇ ਦੇ ਘਰ ਦੇ ਮੂਹਰੇ ਗੋਹਾ ਸੁੱਟਣ ਦਾ ਮਤਲਬ ਕਤਲ ਦੀ ਕੋਸ਼ਿਸ਼ ਭਲਾ ਕਿੱਥੋਂ ਹੋ ਸਕਦਾ ਹੈ। ਤੇ ਇਸ ਦਾ ਵਿਰੋਧ ਵੀ ਕਾਫੀ ਹੋਇਆ ਸੀ। ਪੁਲਿਸ ਥਾਣੇ ਦੇ ਬਾਹਰ ਵੀ ਲੋਕਾਂ ਨੇ ਜਾ ਕੇ ਰੋਸ ਮੁਜ਼ਾਹਰਾ ਕੀਤਾ ਸੀ। ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਹੁਕਮ ਦੇ ਦਿੱਤੇ ਨੇ। ਪੰਜਾਬ ਦੇ ਵਿੱਚ ਰਿਲਾਇੰਸ ਜੀਓ ਦੇ ਮੋਬਾਈਲ ਟਾਵਰਾਂ ਦੀ ਸੁਰੱਖਿਆ ਹੁਣ ਪੰਜਾਬ ਸਰਕਾਰ ਕਰੇਗੀ। ਸਰਕਾਰ ਨੇ ਜ਼ਿੰਮਾ ਆਪਣੇ ਸਿਰ ਲੈ ਲਿਆ। ਸੂਬਾ ਸਰਕਾਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ 1019 ਪੈਟਰੋਲਿੰਗ ਪਾਰਟੀਆਂ ਤਾਇਨਾਤ ਕਰ ਦਿੱਤੀਆਂ ਨੇ, ਜਦਕਿ ਹੋਰ ਕੋਈ ਨੁਕਸਾਨ ਇਸ ਤੋਂ ਬਾਅਦ ਭਵਿੱਖ ਦੇ ਵਿੱਚ ਨਾ ਹੋਵੇ। ਰਿਲਾਇੰਸ ਦੇ ਟਾਵਰਾਂ ਨੂੰ ਇਸ ਸੰਬੰਧੀ 22 ਨੋਡਲ ਅਫਸਰ ਵੀ ਨਿਯੁਕਤ ਕਰ ਦਿੱਤੇ ਨੇ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦੇ ਵੱਲੋਂ ਸੋਮਵਾਰ 4 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਤੇ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਭੰਨ-ਤੋੜ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਦੇ ਨਾਲ-ਨਾਲ ਕੰਪਨੀ ਦੇ ਹਜ਼ਾਰਾਂ ਮੁਲਾਜ਼ਮਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੱਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਤੁਰੰਤ ਇਸ ਤੇ ਅਮਲ ਕਰਦਿਆਂ, ਇਸ ਤੇ ਸੁਣਵਾਈ ਕਰਦਿਆਂ ਕੱਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਤਲਬ ਕਰ ਲਿਆ ਸੀ, ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਤੇ ਉਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਇਸ ਤੇ ਐਕਸ਼ਨ ਵੀ ਕਰ ਦਿੱਤਾ ਹੈ। ਸੁਰੱਖਿਆ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ ਹੈ ਅਤੇ 1019 ਪੈਟਰੋਲਿੰਗ ਪਾਰਟੀਆਂ ਸਿਰਫ ਤੇ ਸਿਰਫ ਰਿਲਾਇੰਸ ਜੀਓ ਦੇ ਟਾਵਰਾਂ ਦੀ ਸੁਰੱਖਿਆ ਕਰਨ ਦੇ ਵਿੱਚ ਲਾ ਦਿੱਤੀਆਂ ਨੇ ਤੇ ਬਾਕੀ ਜਿਹੜੀ ਪੁਲਿਸ ਹੈ ਉਹ ਬੀਜੇਪੀ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਲਾ ਦਿੱਤੀ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਇਹ ਜਿਹੜੀ ਸਰਕਾਰਾਂ ਦੀ ਕਾਰਵਾਈ ਹੈ ਉਹ ਚੱਲ ਰਹੀ ਹੈ। ਨਵੇਂ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ ਤੇ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਪਟੀਸ਼ਨਾਂ ਤੇ ਸੁਪਰੀਮ ਕੋਰਟ ਦੇ ਵਿੱਚ 11 ਜਨਵਰੀ ਨੂੰ ਹੁਣ ਸੁਣਵਾਈ ਹੋਵੇਗੀ। ਕੇਂਦਰ ਵੱਲੋਂ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਗਈ ਹੈ ਕਿ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਅਦਾਲਤ ਨੇ ਕਿਹਾ ਕਿ ਉਹ ਗੱਲਬਾਤ ਨੂੰ ਜਾਰੀ ਰੱਖਣ ਦੇ ਹੱਕ ਦੇ ਵਿੱਚ ਹੈ। ਅੱਜ ਦੀ ਸੁਣਵਾਈ ਦੇ ਦੌਰਾਨ ਚੀਫ ਜਸਟਿਸ ਐਸ ਏ ਬੋਬੜੇ ਨੇ ਕਿਹਾ ਕਿ ਹਾਲਾਤ ਤਾਂ ਇਹ ਸਪਸ਼ਟ ਕਰ ਰਹੇ ਨੇ ਕਿ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਹੈ ਜਿਹੜੀ ਉਹ ਅੱਗੇ ਵਧ ਹੀ ਨਹੀਂ ਰਹੀ, ਤੁਰ ਹੀ ਨਹੀਂ। ਤਾਂ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਕਿਹਾ ਕਿ ਨੇੜਲੇ ਭਵਿੱਖ ਦੇ ਵਿੱਚ ਦੋਵੇਂ ਧਿਰਾਂ ਦੇ ਵਿੱਚ ਸਹਿਮਤੀ ਹੋਣ ਦੀ ਚੰਗੀ ਸੰਭਾਵਨਾ ਬਣ ਗਈ ਹੈ ਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾ ਕੇਂਦਰ ਦਾ ਜਵਾਬ ਦੇਣਾ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਵਿੱਚ ਰੁਕਾਵਟ ਹੈ ਜਿਹੜੀ ਉਹ ਬਣ ਸਕਦਾ। ਸੋ ਸੁਪਰੀਮ ਕੋਰਟ ਨੂੰ ਵੀ ਲੱਗਦਾ ਹੈ ਕਿ ਗੱਲਬਾਤ ਅੱਗੇ ਨਹੀਂ ਤੁਰ ਰਹੀ, ਪਰ ਸਰਕਾਰ ਦੇ ਜਿਹੜੇ ਵੱਡੇ ਵਕੀਲ ਨੇ, ਜਿਹੜੇ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ, ਉਹ ਕਹਿੰਦੇ ਨੇ ਕਿ ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਗੱਲਬਾਤ ਹੈ ਜਿਹੜੀ ਦੋਵੇਂ ਤਰ੍ਹਾਂ ਦੇ ਵਿੱਚ ਹੋਏਗੀ, ਕੋਈ ਸਹਿਮਤੀ ਹੈ ਜਿਹੜੀ ਉਹ ਬਣੇਗੀ। ਫਿਲਹਾਲ 11 ਜਨਵਰੀ ਨੂੰ ਅਗਲੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਏਗੀ। ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ 2 ਵੱਡੇ ਲੀਡਰਾਂ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਨੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਕੀਤੀ। ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਨੂੰ ਲੈ ਕੇ ਉਹਨਾਂ ਨੇ ਬਾਹਰ ਆ ਕੇ
ਕਾਫੀ ਜਿਹੜੇ ਤਿੱਖੇ ਬਿਆਨ ਦਿੱਤੇ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ, ਕਿਸਾਨਾਂ ਦੇ ਸੰਘਰਸ਼ ਦੇ ਵਿਰੋਧ ਦੇ ਵਿੱਚ। ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਵਿੱਢਿਆ ਅੰਦੋਲਨ ਲੀਡਰਹੀਣ ਹੈ, ਯਾਨੀ ਕਿ ਇਸ ਅੰਦੋਲਨ ਦਾ ਕੋਈ ਲੀਡਰ ਹੀ ਨਹੀਂ ਹੈ। ਇਸ ਅੰਦੋਲਨ ਨੂੰ ਲੀਡਰਹੀਣ ਦੱਸਦਿਆਂ ਜਿਆਣੀ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਕੋਈ ਸੰਘਰਸ਼ ਚੱਲਦਾ ਹੈ ਤਾਂ ਉਸ ਦਾ ਇੱਕ ਆਗੂ ਹੁੰਦਾ ਹੈ ਜੋ ਗੱਲ ਕਰਕੇ ਮਸਲਾ ਹੱਲ ਕਰ ਲੈਂਦਾ ਹੈ, ਪਰ ਇੱਥੇ ਕੋਈ ਲੀਡਰ ਨਜ਼ਰ ਹੀ ਨਹੀਂ ਆਉਂਦਾ ਤੇ ਇਹਦੇ ਵਿੱਚ ਸ਼ਾਮਿਲ 40 ਵਿਅਕਤੀਆਂ ਦੇ ਵਿੱਚੋਂ ਕੋਈ ਇੱਕ ਵੀ ਲੀਡਰ ਫੈਸਲਾ ਕਰਨ ਦੇ ਕਾਬਿਲ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਤਾਂ ਆਪ ਕਿਸਾਨਾਂ ਨੂੰ ਕੋਈ ਲੀਡਰ ਬਣਾਉਣ ਦੀ ਸਲਾਹ ਦੇ ਚੁੱਕਿਆ। ਜਿਆਣੀ ਨੇ ਅੰਦੋਲਨ ਵਿੱਚ ਸ਼ਾਮਿਲ ਕਾਮਰੇਡਾਂ ਤੇ ਵੀ ਨਿਸ਼ਾਨਾ ਕੱਸਿਆ, ਕਿਹਾ ਕਿ ਕਿਸਾਨਾਂ ਨੂੰ ਕਾਮਰੇਡਾਂ ਤੋਂ ਪਾਸਾ ਵੱਟ ਕੇ ਆਪਣੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਕਾਮਰੇਡਾਂ ਦੀ ਖੇਡ ਹੈ। ਆਪਣੇ ਦਾਦੇ ਦੀ ਗੱਲ ਦਾ ਹਵਾਲਾ ਦਿੰਦਿਆਂ ਜਿਆਣੀ ਨੇ ਕਿਹਾ ਕਿ ਜਿੱਥੇ ਕਾਮਰੇਡਾਂ ਦਾ ਝੰਡਾ ਲੱਗ ਗਿਆ ਉੱਥੇ ਫੈਕਟਰੀ ਜਦ ਤੱਕ ਫੇਲ ਨਹੀਂ ਹੁੰਦੀ ਤਾਂ ਉਹ ਝੰਡਾ ਉਤਰਦਾ ਨਹੀਂ। ਮੋਦੀ ਸਾਹਿਬ ਜਿੰਨੀ ਕਿਸਾਨਾਂ ਦੀ ਚਿੰਤਾ ਕਰ ਰਹੇ ਨੇ ਹੋਰ ਕੋਈ ਨਹੀਂ ਕਰ ਰਿਹਾ, ਇਹ ਦਾਅਵਾ ਕਰ ਰਹੇ ਨੇ ਬੀਜੇਪੀ ਦੇ ਪੰਜਾਬ ਤੋਂ ਲੀਡਰ। ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੀਆਂ ਹੁਣ ਤੱਕ ਹੋਈਆਂ ਮੌਤਾਂ ਤੇ ਇੱਕ ਸਵਾਲ ਦੇ ਜਵਾਬ 'ਚ ਜਿਆਣੀ ਨੇ ਕਿਹਾ ਕਿ ਇਹ ਜਿਉਣਾ ਮਰਨਾ ਤਾਂ ਰੱਬ ਦੇ ਹੱਥ ਹੁੰਦਾ ਹੈ, ਦੁੱਖ ਤਾਂ ਹੁੰਦਾ ਹੈ, ਇਸ ਨੂੰ ਆਪਣੇ ਤੇ ਲੈ ਕੇ ਹੀ ਸੋਚਣਾ ਚਾਹੀਦਾ ਹੈ। ਤੇ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਹਰ ਆਏ ਜਿਹੜੇ ਲੀਡਰ ਹਰਜੀਤ ਸਿੰਘ ਗਰੇਵਾਲ ਨੂੰ ਜਦੋਂ ਪੁੱਛਿਆ ਗਿਆ ਕਿ ਹੁਣ ਅੱਗੇ ਕੀ ਹੋਏਗਾ ਤਾਂ ਉਹਨਾਂ ਨੇ ਸਿਰਫ ਇੰਨੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਭ ਚੰਗਾ ਹੀ ਹੋਏਗਾ, ਪਰ ਮੈਂ ਹਾਲੇ ਤੱਕ ਕੋਈ ਗੱਲ ਖੋਲ ਕੇ ਨਹੀਂ ਦੱਸ ਸਕਦਾ। ਸੋ ਸੁਰਜੀਤ ਜਿਆਣੀ ਦੇ ਜਿਸ ਤਰੀਕੇ ਦੇ ਤੇਵਰ ਦਿਖੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਠਕ ਤੋਂ ਬਾਅਦ, ਉਹ ਪਹਿਲਾਂ ਵਾਲੇ ਬਿਆਨਾਂ ਤੋਂ ਬਿਲਕੁਲ ਵੱਖਰੇ ਨੇ। ਪਹਿਲਾਂ ਸੁਰਜੀਤ ਜਿਆਣੀ ਹੁਣ ਤੱਕ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਬਿਆਨ ਦਿੰਦੇ ਰਹੇ ਨੇ, ਕਿਸਾਨਾਂ ਦੀ ਚਿੰਤਾ ਕਰਦੇ ਦਿਖਾਈ ਦਿੰਦੇ ਨੇ, ਪਰ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬੈਠਕ ਦੇ ਵਿੱਚ ਜਿਹੀ ਕੀ ਗੱਲਬਾਤ ਹੋਈ ਹੈ ਕਿ ਉਹ ਬਾਹਰ ਆ ਕੇ ਕਿਸਾਨੀ ਅੰਦੋਲਨ ਨੂੰ ਕਾਮਰੇਡਾਂ ਦੀ ਖੇਡ ਦੱਸ ਰਹੇ ਨੇ ਤੇ ਇਸ ਸੰਘਰਸ਼ ਨੂੰ ਲੀਡਰਹੀਣ ਦੱਸ ਰਹੇ ਨੇ। 40 ਵਿਅਕਤੀਆਂ ਦੇ ਵਿੱਚੋਂ ਕਿਸੇ ਵੀ ਲੀਡਰ ਨੂੰ ਕਾਬਿਲ ਲੀਡਰ ਨਾ ਦੱਸ ਰਹੇ ਨੇ, ਯਾਨੀ ਕਿ ਨਾ ਕਾਬਿਲ ਲੀਡਰ ਹੈ ਜਿਹੜਾ ਉਹ ਦੱਸ ਰਹੇ ਨੇ। ਇਸ ਦਾ ਕੀ ਮਤਲਬ ਬਣਦਾ ਹੈ ਇਹ ਤੁਸੀਂ ਸਾਰੇ ਆਪੋ ਆਪਣੀ ਸੋਚ ਨਾਲ ਸੋਚ ਸਕਦੇ ਹੋ। ਅਕਾਲੀ ਦਲ ਕਹਿ ਰਿਹਾ ਹੈ ਕਿ ਕਾਂਗਰਸੀ ਲੀਡਰ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਉੱਤੇ ਝੂਠ ਬੋਲ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਖੇਤੀ ਕਾਨੂੰਨਾਂ ਤੇ ਦਿੱਤੇ ਬਿਆਨਾਂ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇੱਕ ਝੂਠ ਦਬਾਉਣ ਖਾਤਰ ਹੋਰ ਝੂਠ ਬੋਲਣੇ ਪੈ ਰਹੇ ਨੇ। ਉਹਨਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਤਿੰਨੇ ਖੇਤੀ ਕਾਨੂੰਨ ਲਾਗੂ ਨੇ ਤੇ ਇਹੀ ਬਿਆਨ ਦਿੱਲੀ ਦੇ ਵਿੱਚ ਰਵਨੀਤ ਬਿੱਟੂ ਵੱਲੋਂ ਵੀ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਦਾ ਦਬਾਅ ਪੈਣ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਉਹਨਾਂ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਜੋ ਕਾਂਗਰਸ ਪਾਰਟੀ ਨੇ 2017 ਚ ਕਾਨੂੰਨ ਪਾਸ ਕੀਤੇ ਨੇ ਉਹ ਵੀ ਇਹੀ ਕਾਨੂੰਨ ਨੇ। ਅਜਿਹਾ ਕਰਕੇ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ ਸੁਪਰੀਮ ਕੋਰਟ ਜਾਣ ਦਾ ਰਾਹ ਵੀ ਬੰਦ ਕਰ ਦਿੱਤਾ ਹੈ। ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨ ਜੇਕਰ ਰੱਦ ਹੋ ਵੀ ਜਾਂਦੇ ਨੇ ਤਾਂ ਜਦੋਂ ਤੱਕ ਪੰਜਾਬ ਦੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਇਹ ਕਾਨੂੰਨ ਨੇ ਜਿਹੜੇ ਲਾਗੂ ਹੀ ਰਹਿਣਗੇ। ਇਸ ਲਈ ਵਾਰ-ਵਾਰ ਝੂਠ ਬੋਲ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਾਂਗਰਸ ਦੇ ਲੀਡਰ ਤੇ ਮੰਤਰੀ, ਇਹ ਕਹਿਣਾ ਸ਼੍ਰੋਮਣੀ ਅਕਾਲੀ ਦਲ ਦਾ। ਅਮਰੀਕਾ ਤੋਂ ਵੱਡੀ ਖਬਰ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਵਿਸਕੌਨਸਿਨ ਸੂਬਾ ਅਸੈਂਬਲੀ ਦੇ ਸਪੀਕਰ ਨੇ ਭਾਰਤੀ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਹੈ। ਅਸੈਂਬਲੀ ਦੇ ਸਪੀਕਰ ਨੇ ਭਾਰਤ ਵਿੱਚ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਪ੍ਰਭਾਵਿਤ ਕਿਸਾਨਾਂ ਦੀ ਗੱਲ ਸੁਣੇ। ਰੌਬਿਨ ਜੇ ਵਾਸ ਨੇ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਚਿੱਠੀ ਲਿਖੀ ਜਿਸ ਵਿੱਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਉਹਨਾਂ ਨੇ ਜ਼ਾਹਿਰ ਕੀਤਾ। ਉਹਨਾਂ ਇੱਕ ਚਿੱਠੀ ਭਾਰਤ ਵਿਚਲੇ ਅਮਰੀਕਾ ਦੇ ਰਾਜਦੂਤ ਕੇਨ ਜਸਟਰ ਨੂੰ ਵੀ ਭੇਜੀ। 4 ਜਨਵਰੀ ਨੂੰ ਲਿਖੀ ਚਿੱਠੀ ਵਿੱਚ ਉਹਨਾਂ ਕਿਹਾ ਕਿ ਵਿਸਕੌਨਸਿਨ ਤੇ ਭਾਰਤ ਵਿੱਚ ਇੱਕ ਗੱਲ ਸਾਂਝੀ ਹੈ ਕਿ ਦੋਵਾਂ ਦੇ ਵਿੱਚ ਖੇਤੀ ਅਰਥ ਵਿਵਸਥਾ ਹੈ। ਸਾਡੇ ਸੂਬੇ ਦੇ ਕਿਸਾਨਾਂ ਦਾ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਹੈ। ਮੇਰੇ ਲਈ ਇਹ ਵੱਡੀ ਗੱਲ ਹੋਵੇਗੀ ਕਿ ਅਸੀਂ ਉਹਨਾਂ ਦੀ ਗੱਲ ਸੁਣੇ ਬਿਨਾਂ ਹੀ ਕੋਈ ਕਾਨੂੰਨ ਉਹਨਾਂ ਦੇ ਲਈ ਬਣਾ ਦਈਏ ਜਾਂ ਫਿਰ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਵਿੱਚ ਅੜਿੱਕਾ ਬਣੀਏ। ਇਹ ਸਾਡੇ ਲਈ ਇੱਕ ਬਹੁਤ ਹੀ ਮਾੜੀ ਗੱਲ ਹੋਏਗੀ। ਉਹਨਾਂ ਕਿਹਾ ਸਾਨੂੰ ਆਸ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੇ ਫੈਸਲੇ ਦੇ ਉੱਤੇ ਨਜ਼ਰਸਾਨੀ ਜ਼ਰੂਰ ਕਰਨਗੇ ਤੇ ਕਿਸਾਨਾਂ ਨਾਲ ਬੈਠਕ ਕਰਕੇ ਉਹਨਾਂ ਦੀ ਮੁਸ਼ਕਿਲ ਜਿਹੜੀ ਹੈ ਉਹ ਦੂਰ ਕਰਨਗੇ। ਕਿਸਾਨ ਏਕਤਾ ਮੋਰਚਾ ਨੇ ਡਿਜੀਟਲ ਮਾਧਿਅਮ ਰਾਹੀਂ ਇੱਕ ਪਟੀਸ਼ਨ ਸ਼ੁਰੂ ਕਰਕੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਕਿਸਾਨਾਂ ਦੇ ਸ਼ੋਸ਼ਣ ਨੂੰ ਉਤਸ਼ਾਹਿਤ ਕਰਨ ਵਾਲੇ ਨੇ। APMC ਖੇਤੀਬਾੜੀ ਪੈਦਾਵਾਰ ਮਾਰਕੀਟ ਕਮੇਟੀ ਦੀਆਂ ਮੰਡੀਆਂ ਨੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੇ ਵਿਰੁੱਧ ਸੁਰੱਖਿਆ ਦਾ ਭਰੋਸਾ ਦਿੱਤਾ ਹੈ, ਪਰ ਕਾਰਪੋਰੇਟ ਦੇ 2 ਵੱਡੇ ਘਰਾਣੇ
ਘਰਾਣੇ ਇਹਨਾਂ ਨੂੰ ਕਮਜ਼ੋਰ ਕਰ ਰਹੇ ਨੇ। ਇਸ ਤੋਂ ਇਲਾਵਾ ਇਸ ਕਾਨੂੰਨ ਦੇ ਨਾਲ MSP ਘੱਟੋ ਘੱਟ ਸਮਰਥਨ ਮੁੱਲ ਦਾ ਪ੍ਰਭਾਵ ਵੀ ਘਟੇਗਾ। ਕਿਸਾਨ ਮੋਰਚੇ ਨੇ ਇਹ ਵੀ ਕਿਹਾ ਹੈ ਕਿ 26 ਦਸੰਬਰ ਤੋਂ ਨਵੀਂ ਦਿੱਲੀ ਦੀਆਂ ਸਰਹੱਦਾਂ ਤੇ 5 ਲੱਖ ਤੋਂ ਵੱਧ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਜਤਾ ਰਹੇ ਨੇ। ਸਰਕਾਰ ਨਾਲ ਕਈ ਵਾਰ ਗੱਲਬਾਤ ਤੋਂ ਬਾਅਦ ਹੱਲ ਨਹੀਂ ਨਿਕਲਿਆ। ਕਿਸਾਨ ਏਕਤਾ ਮੋਰਚੇ ਨੇ ਲੋਕਾਂ ਤੋਂ ਇਸ ਡਿਜੀਟਲ ਪਟੀਸ਼ਨ ਦੇ ਰਾਹੀਂ ਮਦਦ ਮੰਗੀ ਹੈ ਤਾਂ ਜੋ ਕਾਨੂੰਨ ਦੀ ਆੜ ਦੇ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਤਿਆਰ ਹੋ ਰਹੇ ਇਸ ਰਾਹ ਨੂੰ ਖਤਮ ਕੀਤਾ ਜਾ ਸਕੇ। ਸੋ ਇਸ ਪਟੀਸ਼ਨ ਦੇ ਉੱਤੇ ਆਪਣੇ ਦਸਤਖਤ ਕਰਨ ਦੇ ਲਈ, ਇਸ ਪਟੀਸ਼ਨ ਦੀ ਹਮਾਇਤ ਕਰਨ ਦੇ ਲਈ ਤੁਸੀਂ ਲਿੰਕ ਹੈ ਜਿਹੜਾ ਉਹ ਕਲਿੱਕ ਕਰ ਸਕਦੇ ਹੋ, ਜਿਸ ਦਾ ਨਾਮ ਹੈ change.org/ ਪਾਕੇ ਕਿਸਾਨ ਏਕਤਾ ਮੋਰਚਾ change.org/ਕਿਸਾਨ ਏਕਤਾ ਮੋਰਚਾ। ਇਹ ਜਿਹੜਾ ਕਿਸਾਨਾਂ ਦਾ ਡਿਜੀਟਲ ਸੈੱਲ ਬਣਾਇਆ ਗਿਆ ਹੈ, IT ਸੈੱਲ ਬਣਾਇਆ ਗਿਆ, ਜਿਸ ਦੇ ਟਵਿੱਟਰ, YouTube, ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ ਖਾਤੇ ਬਣੇ ਹੋਏ ਨੇ। ਉਸ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ, ਚੈੱਕ ਕਰ ਸਕਦੇ ਹੋ ਕਿ ਕਿਸਾਨ ਤੁਹਾਨੂੰ ਡਿਜੀਟਲ ਮਾਧਿਅਮ ਦੇ ਰਾਹੀਂ ਇੱਕ ਪਟੀਸ਼ਨ ਤੇ ਦਸਤਖਤ ਕਰਨ ਦੇ ਲਈ ਕਹਿ ਰਹੇ ਨੇ। ਜੇ ਤੁਸੀਂ ਕਿਸਾਨਾਂ ਦੇ ਹਮਾਇਤੀ ਹੋ ਤਾਂ ਤੁਸੀਂ ਇਸ ਪਟੀਸ਼ਨ ਤੇ ਸਾਈਨ ਜ਼ਰੂਰ ਕਰ ਸਕਦੇ ਹੋ। ਪੰਜਾਬ ਦੇ ਵਿੱਚ 7 ਜਨਵਰੀ ਤੋਂ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਮੁੜ ਖੁੱਲ ਜਾਣਗੇ। ਪੰਜਾਬ ਸਰਕਾਰ ਨੇ ਇਸ ਦੀ ਆਗਿਆ ਦੇ ਦਿੱਤੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਹੈ ਕਿ ਸੂਬੇ ਦੇ ਸਕੂਲ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਹੇਗਾ ਤੇ ਸਿਰਫ 5ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹੀ ਸਕੂਲਾਂ ਦੇ ਵਿੱਚ ਕਲਾਸਾਂ ਲਾਉਣ ਦੀ ਇਜਾਜ਼ਤ ਹੋਵੇਗੀ। ਸੋ ਪੰਜਾਬ ਦੇ ਵਿੱਚ ਪਹਿਲਾਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਹੀ ਲੱਗ ਸਕਦੇ ਸੀ, ਪਰ ਹੁਣ 5ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜਮਾਤਾਂ ਨੇ ਜਿਹੜੀਆਂ ਉਹ ਲੱਗ ਸਕਦੀਆਂ ਨੇ। ਵਿਦਿਆਰਥੀ 7 ਜਨਵਰੀ ਤੋਂ ਆਪਣੇ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਈ ਕਰ ਸਕਦੇ ਨੇ। ਸਵੇਰੇ 10 ਵਜੇ ਸਕੂਲ ਲੱਗੇਗਾ ਤੇ ਦੁਪਹਿਰੇ 3 ਵਜੇ ਛੁੱਟੀ ਹੋ ਜਾਏਗੀ। ਭੜਕਾਊ ਗੀਤ ਗਾਉਣ ਦੇ ਦੋਸ਼ ਦੇ ਵਿੱਚ ਪਟਿਆਲਾ ਦੇ ਜਿਹੜੇ ਗਾਇਕ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਹੈ, ਉਸ ਗ੍ਰਿਫਤਾਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਇੱਕ ਸੰਗੀਤਕ ਵੀਡੀਓ ਦੇ ਵਿੱਚ ਬੰਦੂਕ ਸੱਭਿਆਚਾਰ ਦੇ ਪ੍ਰਚਾਰ ਕਰਨ ਦੇ ਦੋਸ਼ ਦੇ ਵਿੱਚ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਨੂੰ ਸਹੀ ਦੱਸਿਆ ਤੇ ਕਿਹਾ ਕਿ ਇਸ ਢੰਗ ਦੇ ਨਾਲ ਗੈਂਗਸਟਰਵਾਦ ਤੇ ਬੰਦੂਕ ਸੱਭਿਆਚਾਰ ਦਾ ਪ੍ਰਚਾਰ ਕਰਨਾ ਬਿਲਕੁਲ ਗਲਤ ਹੈ। ਉਹਨਾਂ ਕਿਹਾ ਕਿ ਇਹ ਕੇਸ ਬਿਲਕੁਲ ਸਹੀ ਢੰਗ ਨਾਲ ਦਰਜ ਕੀਤਾ ਗਿਆ ਜੋ ਗਾਇਕ ਦੇ ਪੁਰਾਣੇ ਗੀਤ ਦੇ ਨਾਲ ਸੰਬੰਧਿਤ ਹੈ। ਪਟਿਆਲਾ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਗਾਇਕ ਸ਼੍ਰੀ ਬਰਾੜ ਉਰਫ ਪਵਨਦੀਪ ਨੂੰ ਮੁਹਾਲੀ ਦੇ ਸੈਕਟਰ 91 ਤੋਂ ਕੱਲ ਗ੍ਰਿਫਤਾਰ ਕੀਤਾ। ਇਹ ਗਾਇਕ ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਪਿੰਡ ਸਿਲਵਾਲਾ ਖੁਰਦ ਦਾ ਰਹਿਣ ਵਾਲਾ ਹੈ। SSP ਬਿਕਰਮਜੀਤ ਦੁੱਗਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਗਾਇਕ ਦੇ ਵੱਲੋਂ ਗਾਏ ਗੀਤ ਤੋਂ ਸੰਗੀਨ ਜੁਰਮ ਕਰਨ ਵਾਲਿਆਂ ਨੂੰ ਪਨਾਹ ਦੇਣ, ਜੇਲ੍ਹਾਂ ਥਾਣਿਆਂ 'ਚ ਬੈਠੇ ਅਪਰਾਧੀਆਂ ਨੂੰ ਛੁਡਾਉਣ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਗਈ ਹੈ। SSP ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਹੋਰ ਵੀ ਜਿਹੜੇ ਗਾਇਕ ਗੀਤਕਾਰ ਲੋਕ ਅਜਿਹਾ ਕੰਮ ਕਰਨਗੇ ਉਹਨਾਂ ਵਿਰੁੱਧ ਸਖਤ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਏਗੀ। ਤੇ ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਸ਼੍ਰੀ ਬਰਾੜ ਉਹੀ ਗਾਇਕ ਹੈ ਜਿਸਨੇ ਕਿਸਾਨ ਐਂਥਮ ਨਾਮ ਦਾ ਗਾਣਾ ਲਿਖਿਆ ਤੇ ਇਸ ਗੀਤ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਪ੍ਰਸਿੱਧ ਗਾਇਕਾਂ ਦੇ ਵੱਲੋਂ ਮਿਲ ਕੇ ਗਾਇਆ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਸ ਗ੍ਰਿਫਤਾਰੀ ਦਾ ਗਾਇਕ ਦੀ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਤਾਜ਼ੀ ਵੀਡੀਓ ਪਾਈ ਗਈ ਹੈ ਉਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਵੀਡੀਓ ਸੱਚਮੁੱਚ ਸ਼ਲਾਘਾਯੋਗ ਹੈ। ਹਾਲਾਂਕਿ ਗਾਇਕ ਵੱਲੋਂ ਕੀਤੇ ਚੰਗੇ ਕੰਮਾਂ ਦੇ ਬਾਵਜੂਦ ਵੀ ਨੌਜਵਾਨਾਂ ਦਰਮਿਆਨ ਬੰਦੂਕ ਸੱਭਿਆਚਾਰ ਦਾ ਪ੍ਰਚਾਰ ਕਰਨ ਵਾਲੇ ਉਸਦੇ ਪੁਰਾਣੇ ਗੀਤਾਂ ਦੇ ਮਾੜੇ ਪ੍ਰਭਾਵ ਨੂੰ ਨਜ਼ਰ ਅੰਦਾਜ਼ ਅਸੀਂ ਨਹੀਂ ਕਰ ਸਕਦੇ। ਇਹ ਕੈਪਟਨ ਨੇ ਸਾਫ਼ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਹੱਦੋਂ ਪਾਰ ਖਤਰਿਆਂ ਦਾ ਸਾਹਮਣਾ ਕਰਦਾ ਆ ਰਿਹਾ ਤੇ ਅਸੀਂ ਕਿਸੇ ਵੀ ਕੀਮਤ ਤੇ ਸੂਬੇ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ ਤੇ ਅਜਿਹੀਆਂ ਜਿਹੜੀਆਂ ਕਾਰਵਾਈਆਂ ਨੇ, ਹਰਕਤਾਂ ਨੇ, ਉਹਨਾਂ ਦੇ ਨਾਲ ਸੂਬੇ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਲੁਧਿਆਣਾ ਤੋਂ ਖਬਰ ਹੈ ਜਿੱਥੇ ਬਲਾਤਕਾਰ ਦੇ ਦੋਸ਼ ਦੇ ਵਿੱਚ ਹੌਲਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ। ਲੁਧਿਆਣਾ ਦੀ ਮੁੰਡੀਆਂ ਕਲਾਂ ਚੌਂਕੀ ਦੇ ਵਿੱਚ ਇੱਕ ਔਰਤ ਨਾਲ ਰਾਕੇਸ਼ ਕੁਮਾਰ ਨਾਮ ਦੇ ਹਵਾਲਦਾਰ ਦੇ ਵੱਲੋਂ ਚੌਂਕੀ ਵਿੱਚ ਹੀ ਬਲਾਤਕਾਰ ਕਰਨ ਦਾ ਘਿਨਾਉਣਾ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਮੁਲਜ਼ਮ ਹਵਾਲਦਾਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੀੜਿਤ ਔਰਤ ਤੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਕੇ ਉਸ ਦੇ ਕੱਪੜੇ ਫਾੜ ਦੇਣ ਤੱਕ ਦੀ ਵੀਡੀਓ ਵਾਇਰਲ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ADCP ਰੁਪਿੰਦਰ ਸਰਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹੀ ਕੜਿਆ ਬਿਆਨ ਹੈ ਜਿਹੜਾ ਹਰ ਵਾਰ ਪੁਲਿਸ ਦੇ ਵੱਲੋਂ ਹਰ ਮਸਲੇ ਦੇ ਵਿੱਚ ਦਿੱਤਾ ਜਾਂਦਾ ਹੈ। ਅਗਲੀ ਖਬਰ ਰੂੜਕੇਲਾ ਸਟੀਲ ਪਲਾਂਟ ਤੋਂ ਆ ਰਹੀ ਹੈ ਜਿੱਥੇ ਜ਼ਹਿਰੀਲੀ ਗੈਸ ਰਿਸਣ ਦੇ ਨਾਲ ਪਲਾਂਟ ਵਿੱਚ ਕੰਮ ਕਰਨ ਵਾਲੇ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਗੈਸ ਕੋਲ ਪਲਾਂਟ ਦੇ ਕੈਮੀਕਲ ਵਿਭਾਗ ਦੇ ਵਿੱਚ ਲੀਕ ਹੋਈ ਹੈ। ਹਾਦਸੇ ਵਿੱਚ 10 ਮਜ਼ਦੂਰ ਜ਼ਖਮੀ ਵੀ ਹੋਏ ਨੇ।
ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਬਰਡ ਫਲੂ ਦਾ ਰੌਲਾ ਕਾਫੀ ਪੈ ਗਿਆ। ਹਰਿਆਣਾ ਦੇ ਵਿੱਚ 4 ਲੱਖ ਤੋਂ ਵੱਧ ਮੁਰਗੀਆਂ ਦੀ ਮੌਤ ਦੀ ਖਬਰ ਆ ਰਹੀ ਹੈ। ਸੈਂਪਲ ਜਾਂਚ ਲਈ ਜਲੰਧਰ ਭੇਜ ਦਿੱਤੇ ਗਏ ਨੇ। 10 ਦਿਨਾਂ ਦੇ ਵਿੱਚ ਦੇਸ਼ ਭਰ ਦੇ ਵਿੱਚ 4,84,775 ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਮਜਬੂਰੀ ਦੇ ਵਿੱਚ। ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਕੇਰਲਾ ਦੇ ਵਿੱਚ ਬਰਡ ਫਲੂ ਦੇ ਮਾਮਲੇ ਹੋਣ ਦੀ ਪੁਸ਼ਟੀ ਹੋਈ ਹੈ। ਹਰਿਆਣਾ ਦੇ ਵਿੱਚ 10 ਦਿਨਾਂ ਦੇ ਵਿੱਚ 4 ਲੱਖ ਮੁਰਗੀਆਂ ਦੀ ਮੌਤ ਹੋਈ ਹੈ। ਗੁਜਰਾਤ ਵਿੱਚ 53 ਪੰਛੀਆਂ ਦੀ ਮੌਤ ਹੋਈ ਹੈ, ਪਰ ਕਿਸੇ ਬਰਡ ਫਲੂ ਦੀ ਪੁਸ਼ਟੀ ਇੱਥੇ ਨਹੀਂ ਹੋਈ ਹੈ। ਦਿੱਲੀ ਵੀ ਅਲਰਟ ਤੇ ਹੈ। ਪੰਜਾਬ ਨੂੰ ਵੀ ਜਿਹੜਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਦੇ ਵੱਲੋਂ, ਇੱਥੇ ਵੀ ਜਿਹੜਾ ਅਲਰਟ ਭੇਜ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਧਿਆਨ ਰੱਖਿਓ। ਹਾਲਾਂਕਿ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ, ਫਿਰ ਵੀ ਪੰਜਾਬ ਦੇ ਜਿਹੜੇ ਇੱਕ ਕੈਬਨਿਟ ਮੰਤਰੀ ਨੇ, ਉਹਨਾਂ ਨੇ ਵੀ ਇਹ ਸੂਚਨਾ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਕਿ ਤੁਸੀਂ ਆਂਡਾ ਜਾਂ ਫਿਰ ਮੀਟ ਖਾਣ ਤੋਂ ਪਰਹੇਜ਼ ਕਰੋ। ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ, ਜਿਸ ਦੇ ਸੰਪਰਕ ਵਿੱਚ ਸਾਰੇ ਸੂਬੇ ਹੋਣਗੇ। ਪਸ਼ੂ ਪਾਲਣ ਤੇ ਡੇਅਰੀ ਵਿਭਾਗ ਨੇ ਹਰਿਆਣਾ ਦੇ ਪੰਚਕੂਲਾ ਦੇ ਬਰਵਾਲਾ ਇਲਾਕੇ ਦੇ 20 ਪੋਲਟਰੀ ਫਾਰਮਾਂ ਦੇ ਵਿੱਚ 4 ਲੱਖ ਤੋਂ ਵੱਧ ਮੁਰਗੀਆਂ ਦੀ ਮੌਤ ਤੋਂ ਬਾਅਦ ਸੈਂਪਲ ਜਾਂਚ ਲਈ ਜਲੰਧਰ ਭੇਜ ਦਿੱਤੇ ਨੇ। ਰਿਪੋਰਟ ਦੀ ਉਡੀਕ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਅਗਲੀ ਖਬਰ ਬਲਾਤਕਾਰੀ ਤੇ ਕਾਤਲ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ। 2017 ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਰਾਮ ਰਹੀਮ ਦੀ ਪਹਿਲੀ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਰਹੀ ਹੈ। ਡੇਰੇ ਨਾਲ ਜੁੜੇ ਸਮਰਥਕ ਇਸ ਵੀਡੀਓ ਨੂੰ ਸਾਂਝਾ ਕਰ ਰਹੇ ਨੇ। ਵੀਡੀਓ ਦੇ ਵਿੱਚ ਡੇਰਾ ਮੁਖੀ ਪੁਲਿਸ ਦੀ ਸੁਰੱਖਿਆ ਵਿੱਚ ਦਿਖਾਈ ਦੇ ਰਿਹਾ ਹੈ। ਪੁਲਿਸ ਦੀ ਸੁਰੱਖਿਆ ਦੇ ਵਿਚਕਾਰ ਡੇਰਾ ਮੁਖੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਕਿਸੇ ਨੇ ਰਾਮ ਰਹੀਮ ਦੀ ਇਹ ਵੀਡੀਓ ਹਸਪਤਾਲ ਦੇ ਵਿੱਚ ਹੀ ਬਣਾਈ ਹੈ। ਇਹ ਵੀਡੀਓ ਕਦੋਂ ਦਾ ਹੈ ਇਹ ਹਾਲੇ ਸਪਸ਼ਟ ਨਹੀਂ ਹੈ, ਪਰ ਇਸ ਵੀਡੀਓ ਵਿੱਚ ਗੁਰਮੀਤ ਰਾਮ ਰਹੀਮ ਜ਼ਰੂਰ ਦਿਖਾਈ ਦੇ ਰਿਹਾ ਹੈ। ਚਿੱਟੇ ਰੰਗ ਦੇ ਕੱਪੜੇ ਪਾਏ ਨੇ ਤੇ ਆਸ-ਪਾਸ ਪੁਲਿਸ ਦੇ ਜਿਹੜੇ ਸੁਰੱਖਿਆ ਕਰਮੀ ਉਹ ਰਾਮ ਰਹੀਮ ਦੇ ਨਾਲ ਜਾ ਰਹੇ ਨੇ ਤੇ ਡੇਰੇ ਦੇ ਪ੍ਰੇਮੀ ਇਸ ਵੀਡੀਓ ਨੂੰ ਧੜਾਧੜ ਸਾਂਝੀ ਕਰ ਰਹੇ ਨੇ। ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗੁਰਦੁਆਰਾ ਝੰਡਾ ਬੁੰਗਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਰ ਸਿੰਘ ਦਾ ਸ਼ਹੀਦੀ ਸਮਾਗਮ ਮਨਾਇਆ ਗਿਆ। ਇਸ ਮੌਕੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ ਤੇ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਕੌਮ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ। ਇਸ ਮੌਕੇ ਦਲ ਖਾਲਸਾ ਦੇ ਵੱਲੋਂ ਖਾਸ ਤੌਰ ਤੇ ਸਮਾਗਮ ਕਰਵਾਏ ਗਏ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਜਦਾ ਕੀਤਾ ਤੇ ਉਸ ਸ਼ਹਾਦਤ ਤੋਂ ਪ੍ਰੇਰਣਾ ਲੈਂਦੇ ਹੋਏ ਹੱਕ ਸੱਚ ਦੀ ਖਾਤਰ ਲੜਨ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਅੱਜ ਵੀ ਜ਼ਾਲਮ ਦਾ ਜ਼ੁਲਮ ਬਰਕਰਾਰ ਹੈ ਤੇ ਅੱਜ ਵੀ ਸਾਨੂੰ ਲੜਨ ਦੀ ਲੋੜ ਹੈ, ਅਨਿਆਂ ਦੇ ਮੂਹਰੇ ਡਟ ਕੇ ਖੜਨ ਦੀ ਲੋੜ ਹੈ। ਇਤਿਹਾਸ ਦੱਸਦਾ ਹੈ ਕਿ ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਦੇ ਵਿੱਚ ਇੱਛਾ ਜ਼ਾਹਿਰ ਕੀਤੀ ਸੀ ਕਿ ਮੈਂ ਮੁੜ ਸਿੱਖਾਂ ਦੇ ਘਰ ਜਨਮ ਲੈ ਸਕਾਂ। ਅਕਾਲ ਪੁਰਖ ਮਿਹਰ ਕਰੇ ਤੇ ਪੰਥ ਦੇ ਵੈਰੀਆਂ ਨੂੰ ਸੋਧਾਂ। सिर पर तली गली मेरिया दाता प्रेम के लड़का जा सिर पर तली गली मेरिया सिर पर तली गली मेरिया देश के दिग्गज कारोबारी रतन टाटा अक्सर सोशल मीडिया ते अपनियां ਵੱਖ-ਵੱਖ पोस्टां राਹੀਂ लोकां दे नाल जुड़े रहंदे ने। अक्सर अपने प्रशंसकां दीयां टिप्पणियां दा जवाब रतन टाटा दिंदे रहंदे ने। लोकां प्रति उन्हां दा सेवा भाव कुछ इस तरह दा है कि हाल ही विच मुंबई तो पुणे अपने एक साबका मुलाजम नूं मिलण लई चले गए। अपने बीमार साबका मुलाजम दा हाल चाल पुछण दे लई रतन टाटा मुंबई तो पुणे पहुंच गए ते उन्हां दी हुण खूब प्रशंसा हो रही है। इस बारे जानकारी दिंदी एक पोस्ट भी सोशल मीडिया ते सामने आई है, जिहदे विच दस्सिया गया कि रतन टाटा कोल पहला काम करन वाला एक व्यक्ति लगभग 2 सालां तो बीमार है। रतन टाटा अपने साबका कर्मचारियों बारे भी चिंतित रहंदे ने, इस करके ਉਹ ਆਪਣੇ ਸਾਬਕਾ ਮੁਲਾਜ਼ਮ ਦਾ ਹਾਲ ਚਾਲ ਜਾਣਨ ਲਈ ਮੁੰਬਈ ਤੋਂ ਪੁਣੇ ਸਾਬਕਾ ਕਰਮਚਾਰੀ ਦੇ ਘਰ ਪਹੁੰਚ ਗਏ। ਇਸ ਤੋਂ ਬਾਅਦ ਉਹਨਾਂ ਦੀ ਇੱਕ ਫੋਟੋ ਵੀ ਉਸ ਮੁਲਾਜ਼ਮ ਦੇ ਨਾਲ ਵਾਇਰਲ ਹੋਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇਹ ਇੱਕ ਉਦਾਹਰਣ ਹੈ ਜੋ ਸਾਨੂੰ ਦੱਸਦਾ ਹੈ ਕਿ ਕੁਝ ਲੋਕ
ਕਿਵੇਂ ਦੇ ਹੁੰਦੇ ਨੇ। ਉਹਨਾਂ ਨਾਲ ਨਾ ਤਾਂ ਕੋਈ ਮੀਡੀਆ ਸੀ ਤੇ ਨਾ ਹੀ ਬਾਉਂਸਰ। ਉਸ ਕੋਲ ਸਿਰਫ ਆਪਣੇ ਈਮਾਨਦਾਰ ਕਰਮਚਾਰੀਆਂ ਪ੍ਰਤੀ ਵਚਨਬੱਧਤਾ ਸੀ। ਅੱਗੇ ਕਿਹਾ ਗਿਆ ਕਿ ਹੋਰ ਕਰਮਚਾਰੀਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ, ਹੋਰ ਵਪਾਰੀਆਂ ਨੂੰ, ਬਿਜ਼ਨਸਮੈਨਸ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਪੈਸਾ ਹੀ ਜ਼ਿੰਦਗੀ ਵਿੱਚ ਮਾਇਨੇ ਨਹੀਂ ਰੱਖਦਾ, ਸਿਰਫ ਇੱਕ ਮਹਾਨ ਵਿਅਕਤੀ ਬਣਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣ ਵੀ ਹੋ ਚੁੱਕੀ ਹੈ, ਨਵੇਂ ਰਾਸ਼ਟਰਪਤੀ ਵੀ ਚੁਣੇ ਜਾ ਚੁੱਕੇ ਨੇ। ਹਾਲਾਂਕਿ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਹਾਲੇ ਵੀ ਦਿਨ ਬਾਕੀ ਨੇ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਹਾਲੇ ਵੀ ਅਹੁਦਾ ਛੱਡਣ ਨੂੰ ਤਿਆਰ ਨਹੀਂ ਹੈਗੇ। ਮੰਨ ਨਹੀਂ ਰਹੇ ਕਿ ਉਹਨਾਂ ਦੀ ਹਾਰ ਹੋ ਚੁੱਕੀ ਹੈ। ਹਾਲੇ ਵੀ ਕਹਿ ਰਹੇ ਨੇ ਕਿ ਮੈਂ ਰਾਸ਼ਟਰਪਤੀ ਅਹੁਦੇ ਤੇ ਬਣੇ ਰਹਿਣ ਲਈ ਆਪਣੀ ਪੂਰੀ ਤਾਕਤ ਨਾਲ ਲੜਾਈ ਲੜਦਾ ਰਹਾਂਗਾ। ਟਰੰਪ ਨੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਵੀ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਨੂੰ ਹਾਰ ਵਿੱਚ ਤਬਦੀਲ ਕਰਾਉਣ ਦੀਆਂ ਕੋਸ਼ਿਸ਼ਾਂ ਕਰਨ ਲਈ ਕਹਿ ਦਿੱਤਾ। ਇਸ ਹਫ਼ਤੇ ਸੰਸਦ ਦੀ ਬੈਠਕ ਹੋਏਗੀ ਜਿਹਦੇ ਵਿੱਚ ਇਲੈਕਟੋਰਲ ਕਾਲਜ ਵੋਟ ਦੇ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਏਗੀ। ਟਰੰਪ ਹਮਾਇਤੀਆਂ ਨੇ ਸੋਮਵਾਰ ਰਾਤ ਨੂੰ ਜਾਰਜੀਆ ਦੇ ਵਿੱਚ ਰੈਲੀ ਵੀ ਕੱਢੀ। ਟਰੰਪ ਨੇ ਆਪਣੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਪਹੁੰਚਣ ਵਾਲੇ ਨਹੀਂ ਹਨ, ਕਿਉਂਕਿ ਮੈਂ ਵਾਈਟ ਹਾਊਸ ਨਹੀਂ ਛੱਡਾਂਗਾ। ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਜ਼ਿਆਦਾ ਸਮਾਂ ਚੋਣਾਂ ਬਾਰੇ ਹੀ ਚਰਚਾ ਕੀਤੀ ਤੇ ਵਾਰ-ਵਾਰ ਕਿਹਾ ਕਿ ਜਿੱਤ ਮੇਰੀ ਹੀ ਹੋਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਰਸਮੀ ਤੌਰ ਤੇ ਉਹ ਵਿਰੋਧ ਦਰਜ ਕਰਵਾਉਣ। ਸੰਸਦ ਦੇ ਇਜਲਾਸ ਦੌਰਾਨ ਬਾਈਡਨ ਦੀ ਜਿੱਤ ਦੀ ਪੁਸ਼ਟੀ ਕੀਤੀ ਜਾਏਗੀ। ਉਂਝ ਟਰੰਪ ਦੇ ਅੜੀਅਲ ਰਵੱਈਏ ਦਾ ਕਈ ਲੋਕ ਵਿਰੋਧ ਵੀ ਜਤਾ ਚੁੱਕੇ ਨੇ ਤੇ ਲੋਕ ਹੱਸਦੇ ਵੀ ਨੇ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਿਹੜੇ ਇਹ ਬਿਆਨਬਾਜ਼ੀਆਂ ਆ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਉਹ ਅੜੇ ਹੋਏ ਨੇ ਕਿ ਮੈਂ ਵਾਈਟ ਹਾਊਸ ਛੱਡਣ ਵਾਲਾ ਨਹੀਂ ਹਾਂ, ਮੈਂ ਜਿੱਤਿਆ ਹੋਇਆ। ਹਾਲਾਂਕਿ ਫਰਕ ਬਹੁਤ ਵੱਡਾ ਹੈ। ਟਰੰਪ ਤੇ ਜੋ ਬਾਈਡਨ ਨੇ ਜਿਹੜੀਆਂ ਇਲੈਕਟੋਰਲ ਕਾਲਜ ਵੋਟਾਂ ਜਿੱਤੀਆਂ ਨੇ ਉਹਨਾਂ ਦੇ ਵਿੱਚ ਗਿਣਤੀ ਦਾ ਫਰਕ ਬਹੁਤ ਵੱਡਾ ਹੈ, ਪਰ ਫਿਰ ਵੀ ਟਰੰਪ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਉਹ ਹਾਰ ਚੁੱਕੇ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।